ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਵੈਲਕਮ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੋਂ ਖੇਮਾ ਦਾ ਜਾਚਕ ਹਾਂ, ਸਿਹਤ ਮੇਰੀ ਜਿਹੜੀ ਹੈ ਖਾਂਸੀ ਜਿਹੜੀ ਹੈ ਉਹ ਹੋਣ ਕਰਕੇ ਜੇ ਟੀਵੀ ਤੇ ਵੀ ਤੁਹਾਨੂੰ ਕੋਈ ਮਾੜੀ ਮੋਟੀ ਕੋਈ ਲੱਗੇ ਕਿ ਖੰਘ ਆ ਗਈ ਹੈ ਜਾਂ ਛਿੱਕ ਆ ਗਈ ਹੈ, ਖੇਮਾ ਦਾ ਜਾਚਕ ਹਾਂ। ਵੈਸੇ ਕੋਵਿਡ ਵਗੈਰਾ ਚੈੱਕ ਕਰ ਲਿਆ ਆਪਾਂ, ਸਾਡੀ ਸਰਕਾਰ ਨੇ ਕਿਹਾ ਕਿ ਹੌਸਪੀਟਲ ਆਉਣ ਦੀ ਲੋੜ ਨਹੀਂ ਗੀ, ਖੰਘੀ ਜਾਓ ਘਰੇ ਬੈਠੋ ਐਸ਼ ਕਰੋ ਅਤੇ ਰੈਪਿਡ ਟੈਸਟ ਕਰ ਲਓ। ਰੈਪਿਡ ਟੈਸਟ ਦੇ ਵਿੱਚ ਯਾਰ ਨੈਗੇਟਿਵ ਨੇ। ਵੈਸੇ ਵੀ ਤੀਜਾ ਜਿਹੜਾ ਬੂਸਟਰ ਲਾਉਣ ਤੋਂ ਬਾਅਦ ਥੋੜ੍ਹਾ ਜਿਹਾ ਟੈਂਪਰੇਚਰ ਹੋਇਆ ਸੀ, ਉਦੋਂ ਬਾਅਦ ਸਭ ਕੁਝ ਨੋਰਮਲ ਹੈ। ਪਰ ਖਾਂਸੀ ਜਿਹੜੀ ਸਰਦੀ ਆ ਉਹ ਮੈਨੂੰ ਹਰ ਸਾਲ ਹੀ ਹੁੰਦੀ ਹੈ ਅਤੇ ਉਹਦੇ ਲਈ ਖੇਮਾ ਦੇ ਜਾਚਕ ਹੋਵਾਂਗੇ। ਮੈਂ ਪਹਿਲਾਂ ਵੀ ਸਵੇਰੇ ਵੀ ਸ਼ੁਰੂਆਤ ਦੇ ਵਿੱਚ ਵੀ ਮਾਫੀ ਮੰਗੀ ਸੀਗੀ, ਕਿਉਂਕਿ ਟੀ ਵੀ ਆ ਲਾਈਵ ਰੇਡੀਓ ਵਿੱਚ ਅਸੀਂ ਕੰਟਰੋਲ ਕਰ ਸਕਦੇ ਹਾਂ। ਰੇਡੀਓ ਦੇ ਉੱਤੇ ਸਾਡੇ ਹੱਥ ਵਿੱਚ ਵੋਲੀਅਮ ਹੁੰਦਾ, ਟੀ ਵੀ 'ਤੇ ਸਾਡੇ ਕੋਲ ਜਿਹੜਾ ਕੋਈ ਸੱਜਣਾ ਕੋਲ 30 ਸੈਕਿੰਡ ਲੈ ਜਾਂਦਾ, ਕਿਸੇ ਕੋਲ 7 ਕਿਸੇ ਕੋਲ 10। ਸੋ ਉਸ ਲਿਖੇ ਹਾਂਜੀ ਭੱਟੀ ਸਾਹਿਬ ਮਾਰਿਆ ਖੁੰਗਾਰਾ, ਕਹਿੰਦਾ ਕੋਈ ਗੱਲ ਨਹੀਂ, ਨੋ ਪ੍ਰੋਬਲਮ, ਲੰਘ ਕੇ ਵਿਖਾਵੇ ਹਾਂ ਕਰੋਨਾ ਲੱਗ ਆਉਂਦੀ ਹੁਣ। ਇੱਕੋ ਹੀ ਗੱਲ ਆ ਭੱਟੀ ਸਾਹਿਬ ਵੈਸੇ ਤਾਂ ਵਰਲਡ ਵਾਈਡ। ਹਾਂਜੀ ਨਹੀਂ ਮੈਨੂੰ ਲੱਗਦਾ ਕਿ ਇਸ ਮਾਮਲਿਆਂ ਦੇ ਵਿੱਚ ਬੜੀਆਂ ਖਬਰਾਂ ਜਿਹੜੀਆਂ ਨੇ ਹੋਰ ਉਹ ਰਹਿ ਜਾਣੀਆਂ ਨੇ। ਹੁਣ ਸੌਦਾ ਸਾਧ ਨੂੰ ਪ੍ਰੋਡਕਸ਼ਨ ਵਾਰੰਟ ਤੇ ਅਦਾਲਤ ਨੇ ਨਹੀਂ ਦਿੱਤੀ ਇਜਾਜ਼ਤ। ਜੇ ਸਾਰਾ ਕੁਝ ਸੁੱਖ ਸੁੱਖਣਾ ਹੋ ਜਾਂਦਾ ਤੇ ਹੀ ਅਸੀਂ ਮੋਦੀ ਸਾਹਿਬ ਜੋ ਅਨਾਊਂਸਮੈਂਟਾਂ ਕਰਕੇ ਜਾਂਦੇ ਉੱਤੇ ਗੱਲ ਕਰਨੀ ਸੀਗੀ। ਹਾਂਜੀ ਬੜਾ ਕੁਝ ਦੇ ਕੇ ਜਾਣਾ ਸੀਗਾ, ਕਈ ਕਹਿੰਦੇ ਕੀ ਦੇ ਕੇ ਜਾਣਾ ਸੀ, ਕਈ ਇਸ ਚੀਜ਼ ਨੂੰ ਆਪੋ ਆਪਣੀ ਧਾਰਨਾ ਆ ਉਹ ਸਾਡੇ ਤੇ। ਅਸੀਂ ਇਹ ਵੀ ਗੱਲ ਕਿਉਂ ਕਹੀਏ, ਉਹ ਕਹਿੰਦੇ ਸਾਡੀ ਬੋਲੀ ਬੋਲੋ, ਹੈ ਨਾ, ਕੀ ਦੇ ਕੇ ਜਾਣਾ ਸੀ ਯਾਰ। ਬਿਲਕੁਲ 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 ਤੁਸੀਂ ਠੀਕ ਕਿਹਾ ਜੀ, ਕਹਿੰਦੇ ਸਾਡੀ ਬੋਲੀ ਬੋਲੋ, ਪਰ ਕਿਉਂ? ਗੱਲ ਤੇ ਇਹ ਕਿਉਂ? ਜੇ ਅਸੀਂ ਬੋਲਣਾ ਹੀ ਆ ਤਾਂ ਫਿਰ ਅਸੀਂ ਪੈਸੇ ਲੈ ਕੇ ਕਿਉਂ ਨਹੀਂ ਬੋਲੀਏ? ਫਿਰ ਅਸੀਂ ਪਖੰਡੀ ਸਾਧਾਂ ਦੀਆਂ ਵੀ ਐਡਾਂ ਲਾਈਏ, ਪਖੰਡੀ ਬਾਬਿਆਂ ਦੀ ਵੀ ਲਾਈਏ, ਪਖੰਡੀ ਹੱਥ ਵੇਖਣਾ। ਫਿਰ ਸਾਡੇ ਘਰਾਂ ਦੇ ਵਿੱਚ ਵੀ ਜਿਹੜੇ ਵੱਡੇ ਵੱਡੇ ਮਤਲਬ ਵਾਈਟ ਹਾਊਸ ਬਣੇ ਹੋਣ ਤੇ 100 ਕਿੱਲਿਆਂ 'ਚ ਘਰ ਹੋਵੇ, ਹੈ ਨਾ। ਕੁਝ ਇਹੋ ਜਿਹੇ ਵੀ ਹੈਗੇ ਨੇ। ਭੱਟੀ ਸਾਹਿਬ ਮਾਫ ਕਰਨਾ, ਮੈਂ ਤੁਹਾਨੂੰ ਨਾਲ ਲੈ ਕੇ ਗੱਲ ਕਹਿਣਾ ਚਾਹੁੰਦਾ ਕਿ 1997 ਤੋਂ ਲੈ ਕੇ ਹੁਣ ਤੱਕ ਬੜੀਆਂ ਗੱਲਾਂ ਇਹੋ ਜਿਹੀਆਂ ਕੀਤੀਆਂ ਨੇ। ਉਦੋਂ ਸ਼ਾਬਾਸ਼ ਬੱਲੇ ਬੱਲੇ ਚਾਵਲਾ ਜੀ, ਅੱਜ ਉਹ ਸਾਨੂੰ ਕੀੜੇ ਪਾਉਂਦੇ ਨੇ ਵੀ ਤੁਸੀਂ ਸਾਡੀ ਬੋਲੀ ਤੁਹਾਡੀ ਬੋਲੀ ਬੋਲ ਕੇ ਭਾਈ ਅਸੀਂ ਵੀ ਤੁਹਾਡੀ ਬੋਲੀ ਬੋਲਦੇ ਹਾਂ, ਤੁਹਾਡੀ ਬੋਲੀ ਆ। ਜੇ ਹੁਣ ਬਾਰ-ਬਾਰ ਇੱਕੋ ਗੱਲ ਨੂੰ ਕਿੱਦਾਂ ਰਿਪੀਟ ਕਰੀ ਚੱਲੀਏ? ਜੇ ਸੱਚ ਵੀ ਕੁਝ ਹੈਗਾ, ਸੱਚ ਵੀ ਤਾਂ ਸੁਣੋ ਨਾ। ਜੀ ਮਤਲਬ ਤੁਸੀਂ ਜੇ ਠੀਕ ਹੈ, ਅਸੀਂ ਤੁਹਾਡੇ ਵਿੱਚੋਂ ਹੀ ਹਾਂ, ਅਸੀਂ ਸਿਤਮ ਜ਼ੁਲਮ ਦੀ ਗੱਲ ਕਰਦੇ ਹਾਂ, ਅਸੀਂ ਘੱਟ ਗਿਣਤੀ 'ਚ ਮੰਨ ਲਓ ਅਸੀਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ, ਅਤੇ ਇਹ ਥੋੜ੍ਹੀ ਕਿ ਬਹੁਤ ਗਿਣਤੀ ਸਾਰੀ ਜਿਹੜੀ ਉਹ ਘੱਟ ਗਿਣਤੀਆਂ ਦੇ ਖਿਲਾਫ ਆ। ਇਹ ਵੀ ਤਾਂ ਗੱਲ ਫਿਰ ਬਰਦਾਸ਼ਤ ਨਹੀਂ ਹੁੰਦੀ ਨਾ। ਜਿਵੇਂ ਬਹੁਤ ਗਿਣਤੀਆਂ ਦੇ ਵਿੱਚੋਂ ਕਈਆਂ ਨੂੰ ਇਹ ਬਰਦਾਸ਼ਤ ਨਹੀਂ। 84 ਦੀ ਗੱਲ ਕਿਉਂ ਕਰਦੇ ਹੋ ਤੁਸੀਂ? 84 ਦੇ ਕਤਲੇਆਮ ਦੀ ਗੱਲ ਕਿਉਂ ਕਰਦੇ ਆ? ਉਹ ਉਦੋਂ ਕੱਟੜ ਕਾਂਗਰਸੀ ਸੀ, ਅੱਜ ਕੱਟੜ ਮੋਦੀ ਭਗਤ ਨੇ। ਉਹ ਧੰਨ ਆ ਉਹਨਾਂ ਦੀ ਸੋਚ ਨੂੰ, ਮੈਨੂੰ ਪਤਾ ਨਾ। ਸੋ ਗੱਲ ਇਹ ਹੈ ਕਿ ਇਸ ਮਸਲੇ ਦੇ ਵਿੱਚ ਬਹੁਤ ਕੁਝ ਛੱਡੋ, ਤੈਨੂੰ ਮੋਦੀ ਸਾਹਿਬ ਦੀ ਫੇਰੀ ਨੂੰ ਜੇਕਰ ਉਹ ਦੇ ਕੇ ਜਾਂਦੇ, ਜੁਮਲੇ ਹੁੰਦੇ ਤੀਜੇ ਚਲੋ ਮੀਡੀਆ ਨੂੰ ਕੁਝ ਥੋੜ੍ਹੀ ਸਮੱਗਰੀ ਮਿਲਦੀ। ਤੁਸੀਂ ਇਸ ਟਰਮ ਨਹੀਂ ਅਗਲੀ ਟਰਮ ਭਾਜਪਾ ਵਾਲਿਆਂ ਨੂੰ ਪੁੱਛਣ ਨੂੰ ਫਿਰਦੇ। ਉਹਨਾਂ ਨੇ ਜੋ ਖੇਡ ਖੇਡਣੀ ਸੀ ਖੇਡ ਦਿੱਤੀ, ਉਹ ਖੇਡ ਖੇਡਣ ਆਏ ਸੀ, ਖੇਡ ਗਏ। ਆਪਾਂ ਉਹ ਤਾਂ ਨਾ ਕਰਦੇ। ਸੌਦਾ ਸਾਧ ਨੂੰ ਪ੍ਰੋਡਕਸ਼ਨ ਵਾਰੰਟ ਤੇ ਅਦਾਲਤ ਨੇ ਨਹੀਂ ਦਿੱਤੀ ਇਜਾਜ਼ਤ। ਬਹੁਤ ਸਾਰੀਆਂ ਹੋਰ ਗੱਲਾਂ ਨੇ। ਅਗਲੀ ਸੁਣਵਾਈ 22 ਅਪ੍ਰੈਲ ਨੂੰ। ਹੁਣ ਇਹ ਵੀ ਤਾਂ ਖਬਰ ਹੀ ਆ ਨਾ, ਇਹ ਤੇ ਕਰੀਏ ਗੱਲ ਆਪਾਂ। ਦੇਖੋ, ਜਿਹੜੀ ਸੌਦਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਜੀ, ਸੌਦਾ ਸਾਹਿਬ ਨੂੰ ਬਕਾਇਦਾ ਤੌਰ ਤੇ ਇੱਕ ਐਪਲੀਕੇਸ਼ਨ ਦਿੱਤੀ ਸੀ ਸਿੱਟ ਨੇ ਕਿ ਇਹ ਸਾਨੂੰ ਸਹਿਯੋਗ ਨਹੀਂ ਕਰ ਰਿਹਾ, ਸਾਨੂੰ ਇਹ ਬਕਾਇਦਾ ਤੌਰ ਤੇ ਪ੍ਰੋਡਕਸ਼ਨ ਵਾਰੰਟ ਤੇ ਲੋੜ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਵੀ ਨਹੀਂ, ਤੁਸੀਂ ਜੋ ਪੁੱਛ ਪੜਤਾਲ ਕਰਨੀ ਉੱਥੇ ਕਰਨੀ ਹੈ, ਲੇਕਿਨ ਇਹਦੀ ਅਗਲੀ ਸੁਣਵਾਈ ਹੁਣ 22 ਅਪ੍ਰੈਲ ਨੂੰ ਹੋਵੇਗੀ। ਮਤਲਬ ਉਦੋਂ ਤੱਕ ਇਹ ਠੰਡੇ ਬਸਤੇ 'ਚ ਪਾ ਦਿੱਤਾ। ਹੁਣ ਜੇ ਸੌਦਾ ਸਾਹਿਬ ਨੇ ਇਹ ਕਹਿ ਦਿੱਤਾ ਤੇ ਨਾਲ ਪੁਲਿਸ ਵਾਲਾ ਜਾ ਕੇ ਨਹੀਂ ਗੱਲ ਕਹੀ ਸਿੱਟ ਨੇ ਵੀ ਚਿੰਤਾ ਨਾ ਕਰੋ ਕਿ ਅਸੀਂ ਬਕਾਇਦਾ ਤੌਰ ਤੇ ਸੌਦਾ ਸਾਹਿਬ ਨੂੰ ਉੱਥੋਂ 22 에ਅਰ ਹੈਲੀਕਾਪਟਰ ਲੈ ਕੇ ਆਵਾਂਗੇ ਤੇ 35,000 ਫੋਰਸ 35,000 ਜਵਾਨ ਚੌਕੇ ਵਾਸਤੇ ਲਾਵਾਂਗੇ। ਅਸੀਂ ਕਿਸੇ ਕਿਸਮ ਦੀ ਕੋਤਾਹੀ ਨਹੀਂ ਹੋਣ ਦਿੰਦੇ। ਲੇਕਿਨ ਹਾਈ ਕੋਰਟ ਨੇ ਉਹਨਾਂ ਦੀ ਗੱਲ ਮੰਨਣ ਤੋਂ ਟੋਟਲੀ ਇਨਕਾਰ ਕਰਤਾ। ਉਹਨਾਂ ਕਿਹਾ ਜਿਹੜੀ ਵੀ ਪੁੱਛ ਪੜਤਾਲ ਕਰਨੀ ਹੈ ਤੁਸੀਂ ਜਾ ਕੇ ਉਹਦੇ ਕੋਲ ਜੇਲ੍ਹ 'ਚ ਕਰ ਸਕਦੇ, ਉਹਨੂੰ ਬਾਹਰ ਲਿਆਉਣ ਦੀ ਕੋਈ ਤੁੱਕ ਨਹੀਂ ਬਣਦੀ। ਤੁਸੀਂ ਉੱਥੇ ਆ ਕੇ ਪੁੱਛ ਪੜਤਾਲ ਕਰੋ, ਜਦੋਂ ਮਰਜ਼ੀ ਕਰੋ, ਇਹਦੀ ਖੁੱਲੀ ਛੁੱਟੀ ਆ।
ਲੇਕਿਨ ਹੁਣ ਤੁਸੀਂ 22 ਤਰੀਕ ਨੂੰ 22 ਅਪ੍ਰੈਲ ਨੂੰ ਆਏ ਹੋ ਆਪਣੀ ਰਿਪੋਰਟ ਲੈ ਕੇ ਵੀ ਤੁਸੀਂ ਕੀ ਪੁੱਛ ਪੜਤਾਲ ਕੀਤੀ ਤੇ ਕੀ ਨਹੀਂ, ਲੇਕਿਨ ਸਿੱਟ ਅਜੇ ਵੀ ਵਜੇਦਾ। ਹੋ ਸਕਦਾ ਸੁਪਰੀਮ ਕੋਰਟ ਚਲ ਜਾਵੇ ਕਿ ਸਾਨੂੰ ਇਹਨੂੰ ਬਾਹਰ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇ, ਪ੍ਰੋਡਕਸ਼ਨ ਤੇ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ, ਸਾਨੂੰ ਸਹਿਯੋਗ ਨਹੀਂ ਕਰ ਰਹੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਰਕਾਰ ਤੇ ਕੋਰਟਾਂ ਵੀ ਇਹ ਕੋਈ ਕਿਸੇ ਨਾਲ ਜੋਖਮ ਲੈਣ ਲਈ ਤਿਆਰ ਨਹੀਂ। ਫਾਰ ਐਗਜ਼ਾਮਪਲ ਤੁਸੀਂ ਕਿਸੇ ਥਾਣੇ 'ਚ ਲੈ ਕੇ ਜਾਣੇ ਹੋ, ਥਾਣੇ ਦੇ ਬਾਹਰ ਉਹਦੇ ਚੇਲੇ ਕੋਈ 5 7 10 20 ਇਕੱਠੇ ਹੋ ਜਾਂਦੇ, ਗੋਲੀ ਚੱਲਦੀ, 4 ਤੋਂ 10 ਬੰਦੇ ਮਰ ਜਾਂਦੇ ਤੇ ਬਦਨਾਮੀ ਸਰਕਾਰ ਦੀ ਹੋਣੀ। ਇਹ ਭਾਵੇਂ ਚਲੋ ਸੋਚ ਚੰਗੀ ਆ ਆਪਣੇ ਕੋ ਅਦਾਲਤ ਦੀ, ਲੇਕਿਨ ਫਿਰ ਵੀ ਜਿਹੜਾ ਹੈਗਾ ਵਾ ਜਿਹਨੇ ਜੁਰਮ ਕੀਤਾ, ਜਿਹੜਾ ਦੋਸ਼ੀ ਆ, ਉਹਦੀ ਪੁੱਛ ਪੜਤਾਲ ਤਾਂ ਹੋਣੀ ਚਾਹੀਦੀ ਹੈ ਜੀ। ਬਿਲਕੁਲ। ਅੱਛਾ ਜੀ ਪੱਟੀ ਸਾਹਿਬ, ਚਲੋ ਆਪਾਂ ਕੁਇਕਲੀ ਸਾਰੇ ਸਵਾਲ ਕਵਰ ਕਰਨੇ ਨੇ। ਇੱਕ ਤਾਂ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ, ਭਾਜਪਾ ਕਾਫੀ ਇਸ ਮਸਲੇ ਤੇ ਗੰਭੀਰ ਹੋਣੀ ਆ। ਮਤਲਬ ਚਲੋ ਜੋ ਮਰਜ਼ੀ ਕਰੀ ਚੱਲੀਏ ਆਪਾਂ, ਕਿੰਨੇ ਖੇਡ ਖੇਡੀ ਆ, ਕਿੰਨੇ ਨਹੀਂ ਖੇਡੀ, ਕਿੱਥੇ ਕੁਤਾਹੀ ਹੋਈ ਆ, ਕਿੱਥੇ ਨਹੀਂ ਕੁਤਾਹੀ, ਪਰ ਨੁਕਸਾਨ ਪੰਜਾਬ ਨੂੰ ਹੋ ਰਿਹਾ। ਔਰ ਉਦੋਂ ਵੱਡੀ ਗੱਲ ਆ, ਸਿੱਖਾਂ ਨੂੰ ਧਮਕੀਆਂ ਮਿਲਦੀਆਂ ਸ਼ਰੇਆਮ, ਹਨਾ। 84 ਦੁਹਰਾਉਣ ਦੀ ਵੱਡੀ ਲੀਡਰ ਗੱਲ ਕਰ ਰਹੇ ਨੇ। ਕੋਈ ਜਾਬਤਾ ਨਹੀਂ ਉਹਨਾਂ ਤੇ, ਕੋਈ ਪਾਬੰਦੀ, ਕੋਈ ਕੇਸ ਨਹੀਂ, ਕੋਈ ਸੁਣਵਾਈ ਨਹੀਂ। ਇਹਦਾ ਮਤਲਬ ਉਹਨਾਂ ਦੇ ਬਿਆਨਾਂ ਦੇ ਨਾਲ ਭਾਰਤ ਦਾ ਜਿਹੜਾ ਵੱਡਾ ਕਹਿ ਲਈਏ ਕਾਫਲਾ, ਜਾਂ ਫਿਰ ਜਿਹੜੇ ਭਾਰਤ ਦੇ ਬਾਕੀ ਦੇ ਜਿਹੜੇ ਲੀਡਰ ਨੇ ਭਾਜਪਾ ਦੇ, ਉਹ ਸਹਿਮਤ ਉਹਨਾਂ ਦੇ ਬਿਆਨਾਂ ਦੇ ਨਾਲ। ਕੋਈ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ। ਤੁਹਾਡੀ ਲੜਾਈ ਕਾਂਗਰਸ ਰਾਜ ਕਰ ਰਹੀ ਆ ਪੰਜਾਬ ਦੇ ਵਿੱਚ। ਕਾਂਗਰਸ ਦੇ ਕੋਲ ਕੁਤਾਹੀ ਹੋਈ ਆ, ਚਾਹੇ ਨਹੀਂ ਹੋਈ, ਚਾਹੇ ਗੇਮ ਆ, ਸਿੱਖਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ। 84 ਦੁਹਰਾ ਦਿਆਂਗੇ, ਖੁਰਾ ਖੋਜ ਮਿਟਾ ਦਿਆਂਗੇ, ਬੜੇ ਮਰ ਗਏ। ਜੇ ਆਪਾਂ ਬੋਲਣ ਤੇ ਆਈਏ, ਬੜੇ ਮਰ ਗਏ, ਹਨਾ। ਹੁਣ ਤਾਂ ਸਿੱਖ ਖਤਮ ਕਰਨੋਂ ਬੜੀ ਮੁਸ਼ਕਲ ਦੀ ਗੱਲ ਆ। ਚੱਲਦੀ ਵੀ ਹੀਰ ਸੀ, ਜੰਗਲਾਂ ਬੀਆਬਾਨਾਂ ਦੇ ਵਿੱਚ ਰਹਿੰਦੇ ਸੀ, ਉਦੋਂ ਵੀ ਦੇਸ਼ ਦੀਆਂ ਧੀਆਂ ਭੈਣਾਂ ਦੀ ਮਤਲਬ ਸੁਰੱਖਿਆ ਕਰਦੇ ਸੀ, ਦੇਸ਼ ਦੀ ਸੁਰੱਖਿਆ ਕਰਦੇ ਸੀ। ਉਦੋਂ ਤਾਂ ਸਿਰਫ ਇੰਨੇ ਕੁ ਦਾਇਰੇ ਦੇ ਵਿੱਚ ਸੀਗਾ, ਜਦੋਂ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜ਼ਕਰੀਆ ਖਾਨ ਨੇ ਢੰਡੋਰੀ ਪੜਾ ਦਿੱਤੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿੱਲੀ ਮਾਰ ਕੇ ਟੰਗ ਦਿੱਤੀ, ਕਾਫਲੇ ਦੇ ਅੱਗੇ ਸਿੱਖਾਂ ਦੀ ਬਿੱਲੀ ਖਤਮ ਕਰ ਦਿੱਤੀ ਆ। ਕੋਈ ਨਹੀਂ ਜੰਮਿਆ ਕਿਸੇ ਵੀ ਕੌਮ ਨੂੰ ਖਤਮ ਕਰਨ ਵਾਲਾ, ਚਾਹੇ ਉਹ ਕਿਸੇ ਵੀ ਕੌਮ ਦੇ ਵਿੱਚ ਕੋਈ ਨਾ ਬੰਦਾ ਕਿਉਂ ਨਾ ਹੋਵੇ। ਅੱਜ ਤਾਂ ਸਿੱਖ ਦੁਨੀਆ ਦੇ ਹਰ ਦੇਸ਼ ਦੇ ਵਿੱਚ ਵਸਦੇ ਨੇ, ਹਰ ਦੇਸ਼ ਦੇ ਵਿੱਚ ਵਸੇ ਨੇ, ਤੇ ਕਈਆਂ ਦੇਸ਼ਾਂ ਦੇ ਵਿੱਚ ਵੱਡੀਆਂ ਪਦਵੀਆਂ ਨੇ। ਤੁਸੀਂ ਸਿੱਖ ਨਹੀਂ ਮਾਰ ਸਕਦੇ। ਸਿੱਖ ਨੂੰ ਮਾਰਨ ਵਾਲਾ ਵੀ ਅੰਦਰੋਂ ਹੀ ਸਿੱਖ ਹੈ। ਕਿਤੇ ਰਹਿਤ ਮੇਰਾ ਤਾਂ ਜਿਹੜਾ ਕਿ ਵੇਖੋ, ਆਪਣੇ 10 ਦਿਨ ਕਿਤੇ ਦਾੜੀ ਪੁੱਛਾ ਨਾ ਕਟਾਓ, ਤੁਸੀਂ ਸਿੱਖ ਹੀ ਨਜ਼ਰ ਆਉਣਾ। ਚਾਵਲਾ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਠੀਕ ਕੀਤੀ। ਬਕਾਇਦਾ ਤੌਰ ਤੇ ਇਹਨਾਂ ਦਾ ਉੱਤਰ ਪ੍ਰਦੇਸ਼ ਦੇ ਬਨੂੜ ਤੋਂ ਭਾਜਪਾ ਦਾ ਵਿਧਾਇਕ ਇੱਕ ਅਭਿਜੀਤ ਸਾਂਗਾ ਵਾ, ਉਹਨੇ ਕਿਹਾ ਇੰਦਰਾ ਗਾਂਧੀ ਸਮਝਣ ਦੀ ਭੁੱਲ ਨਾ ਕਰਨਾ ਜੀ। ਸ਼੍ਰੀ ਨਰਿੰਦਰ ਦਬੋਦਰ ਨਾਥ ਨਾਮ ਹੈ। ਦੁਰਗਾ ਮਾਤਾ ਦਾ ਖਿਤਾਬ ਵੀ ਤੁਸੀਂ ਦਿੱਤਾ ਸੀ ਉਹਨਾਂ ਨੂੰ। ਬਿਲਕੁਲ ਤੁਹਾਡਿਆਂ ਨੇ ਦਿੱਤਾ ਸੀ ਦੁਰਗਾ ਮਾਤਾ ਦਾ ਖਿਤਾਬ। ਦੁਰਗਾ ਮਾਤਾ ਤੋਂ ਉੱਤੇ ਤੇ ਨਹੀਂ ਨਾ ਉਹ। ਅਗਲੀ ਗੱਲ ਕੀ ਕਹਿੰਦਾ ਜੀ? ਕਹਿੰਦਾ ਲਿਖਣ ਨੂੰ ਕਾਗਜ਼ ਤੇ ਪੜ੍ਹਨ ਨੂੰ ਇਤਿਹਾਸ ਨਹੀਂ ਮਿਲੇਗਾ। ਕਿੱਡੀ ਵੱਡੀ ਧਮਕੀ ਆ। ਕਹਿੰਦਾ ਕਹਿਣ ਤੋਂ ਭਾਵ ਉਹਦਾ ਇਹ ਆ ਵੀ ਤੁਹਾਡਾ ਭਾਈ ਖੁਰਾਕ ਖੁਦ ਬਤਾ ਦਿਆਂਗੇ, ਨਸਲ ਖਤਮ ਕਰ ਦਿਆਂਗੇ। ਅੱਗੇ ਇਹਨਾਂ ਦਾ ਇੱਕ ਹੋਰ ਵਿਧਾਇਕ ਆ ਰਵੀ, ਉਹਨੇ ਕੀ ਕਿਹਾ? ਉਹੀ ਜੋ ਕਿਹਾ ਸੀ ਨਾ ਉਸ ਟਾਈਮ ਤੇ अनुराग ठाकुर ने, देश के गद्दारों को गोली मारो। ਉਹਨੇ ਉਹ ਲਫ਼ਜ਼ ਦੁਹਰਾਏ ਨੇ। ਇਹਦਾ ਮਤਲਬ ਭਾਜਪਾ ਦੇ ਆਗੂ ਜਾਬਤੇ ਚ ਨਹੀਂ। ਕੱਲ ਤੇ ਤੁਸੀਂ ਮਾਫੀ ਮੰਗ ਕੇ ਛੁੱਟੇ ਹੋ ਵੀ ਮਾਫ ਕਰ ਦਿਓ ਕਿਸਾਨ ਜੀ ਸਾਨੂੰ। ਅੱਜ ਤੁਸੀਂ ਫਿਰ ਆਪਣੀਆਂ ਉਹਨਾਂ ਰੀਤਾਂ ਤੇ ਆ ਗਏ। ਪੱਟੀ ਸਾਹਿਬ ਇੱਕ ਗੱਲ ਸੌਰੀ ਕਹਿਣਾ ਨਹੀਂ ਚਾਹੀਦਾ ਇਹਨਾਂ ਦੋਨਾਂ ਨੂੰ, ਜਾਂ ਜਿਹੜੇ ਭਰਮੇ ਪਾ ਕੇ ਬੈਠੇ ਨੇ ਇਹੋ ਜਿਹੇ ਹੋਰ ਸ਼ੋਧੇ ਜਿਹੜੇ ਨੇ। ਮਾਫ ਕਰਨਾ ਸਾਰੇ ਨਹੀਂ, ਕੁਝ ਲੋਕ ਆਪਣੀ ਹਉਮੈ ਨੂੰ ਪੱਠੇ ਪਾ ਕੇ ਬੈਠੇ ਨੇ। ਜੇ ਇਹਨਾਂ ਨੂੰ ਕੋਈ ਸਿਕਿਉਰਿਟੀ ਥੋੜੀ ਜਿਹੀ ਸਾਈਡ ਕਰ ਲਓ ਤੇ ਗੁਰੂ ਦਾ ਇੱਕ ਹੀ ਖਾਲਸਾ ਹੋਵੇ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਾ ਹੋਵੇ, ਗੁਰੂ ਨਾਨਕ ਦਾ ਮਿਸ਼ਨ ਦਾ ਉਹ ਪਾਸ਼ਕ, ਉਹ ਤੁਹਾਡੇ ਸਾਹਮਣੇ ਖੜਾ ਹੋ ਗਿਆ, ਤੁਹਾਡੀਆਂ ਪੈਂਟਾਂ ਗਿੱਲੀਆਂ ਹੋ ਜਾਣੀਆਂ। ਜਿਹੜੇ ਇਹ ਬਿਆਨ ਦਿੰਦੇ ਨੇ ਕਿ ਮਤਲਬ ਲਿਖਣ ਨੂੰ ਕਾਗਜ਼ ਤੇ ਕਲਮ
ਤੇ ਜਿਹੜੇ ਮਤਲਬ ਇਤਿਹਾਸ ਨਹੀਂ ਮਿਲੇ। ਪੜ੍ਹਨ ਨੂੰ ਇਤਿਹਾਸ, ਤੁਸੀਂ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ। ਅਮਰੀਕਾ ਜਿਹੜਾ ਨਾ ਆਹ ਖੈਬਰ ਦਾ ਹਰੀਆ ਰਾਂਗਲੇ, ਅਫਗਾਨਿਸਤਾਨ ਅੱਜ ਤੱਕ ਅਮਰੀਕਾ ਨਹੀਂ ਜਿੱਤ ਸਕਿਆ, ਤੇ ਉਹ ਕਹਿੰਦੇ ਹਰਿਆ ਰਾਂਗਲੇ। ਇਹਨਾਂ ਦਾ ਇਤਿਹਾਸ ਤੇ ਪੜ੍ਹ ਕੇ ਵੇਖੋ ਤੁਸੀਂ। ਚਾਵਲਾ ਸਾਹਿਬ, ਇਹ ਲੋਕ ਜਿਹੜੇ ਆ ਨਾ ਝੁੱਗੀਆਂ ਆਪਣੀਆਂ 'ਚ ਬਹਿ ਕੇ, ਆਪਣੀਆਂ ਕੋਠੀਆਂ 'ਚ ਬਹਿ ਕੇ ਦਬਕੇ ਮਾਰਨ ਵਾਲੇ, ਬਸ ਇਹਨਾਂ ਨੂੰ ਕਹੋ ਕਿ ਜਿੱਥੇ ਜਾ ਕੇ ਫੌਜੀ, ਸਿੱਖ ਫੌਜੀ ਜਾ ਕੇ ਬੈਠੇ ਨੇ ਗਲੇਸ਼ੀਅਰ ਦੇ ਵਿੱਚ, ਜਾ ਕੇ ਇੱਕ ਦਿਨ ਕੱਟ ਕੇ ਆਉਣ ਉੱਥੇ। ਅੱਜ ਦੀ ਡੇਟ ਦੇ ਵਿੱਚ ਚਾਈਨਾ ਦੀਆਂ ਬਾਰ-ਬਾਰ ਖਬਰ ਆ ਰਹੀਆਂ ਵੀ ਉਹਨੇ ਗਲਵਾਨ ਘਾਟੀ ਦੇ ਕਬਜ਼ਾ ਕਰ ਲਿਆ। ਉੱਥੇ ਉਹ ਪੌੜੀ ਬੁਣਾ ਸ਼ੁਰੂ ਕਰਤਾ, ਬਕਾਇਦਾ ਉੱਤੇ ਤਸਵੀਰਾਂ ਵਿਖਾਈਆਂ ਗਈਆਂ ਹੁੰਦੀਆਂ। ਉਧਰ ਤੋਂ ਤੁਸੀਂ ਮੂੰਹ ਨਹੀਂ ਕਰਦੇ, ਤੇ ਜਿਹੜੇ ਦੇਸ਼ ਦੀ ਰਾਖੀ ਕਰਨ 'ਚ ਪਹਿਲੇ ਨੰਬਰ ਤੇ ਆ, ਉਹਨਾਂ ਨੂੰ ਤੁਸੀਂ ਜਿਹੜਾ ਉਹ ਬੰਦਸ਼ਾਨੇ ਜਿਹੜੇ ਕਸਰੇ, ਤੁਸੀਂ ਜੰਗ ਕਸਰੇ ਉਹਨਾਂ ਦੇ ਉੱਤੇ ਜੀ। ਚਾਹੀਦਾ ਇਹ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇਮੀਡੀਏਟਲੀ ਇਹਨਾਂ ਨੂੰ ਰੋਕਣਾ ਚਾਹੀਦਾ। ਭਾਈ ਵੇਖੋ, ਆਪਾਂ ਕਮੇਟੀ ਬਣਾਤੀ ਆ, ਕਮੇਟੀ ਦੀ ਰਿਪੋਰਟ ਆਉਣ ਦਿਓ, ਕਮੇਟੀ ਕੀ ਰਿਪੋਰਟ ਦਿੰਦੀ, ਫਿਰ ਗੱਲ ਕਰਨੀ ਨਹੀਂ ਕਰਨੀ, ਹੋ ਗਿਆ ਆਪਾਂ। ਚਲੋ ਬਿਲਕੁਲ। ਫਿਰ ਤੁਸੀਂ ਆਪਣੀ ਜੀ ਦੇਖੋ, ਜੀ ਨੂੰ ਲਿਖ ਗਿਆ, ਜੀ ਨਿਊਜ਼ ਮੀਡੀਆ ਵਾ, ਉਹ ਕਹਿੰਦਾ ਪੰਜਾਬ ਨਾਲੋਂ ਪਾਕਿਸਤਾਨ ਤੇ ਚੰਨੀ ਨਾਲੋਂ ਤਾਂ ਨਵਾਜ਼ ਸ਼ਰੀਫ ਚੰਗਾ ਵਾ। ਅਸੀਂ ਬਿਰਿਆਨੀ ਖਾ ਆਉਂਦੇ ਉੱਥੇ ਜਾ ਕੇ, ਅਸੀਂ ਬਿਰਿਆਨੀ ਖਾਣ ਜਾ ਕੇ, ਵਿਆਹ ਜਾ ਕੇ। ਮੇਰਾ ਕਹਿਣ ਤੋਂ ਭਾਵ ਵੀ ਇੱਥੋਂ ਤੱਕ ਲੰਘ ਜਾਣਾ, ਇਹ ਉਹਦੇ ਚੰਗੇ ਸਿੱਟੇ ਨਹੀਂ ਨਿਕਲਣੇ ਇਹਦੇ, ਜਿਹੜੀ ਹਾਲਾਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਣ ਬੁੱਝ ਕੇ ਜੀ। ਹੁਣ ਪ੍ਰਧਾਨ ਮੰਤਰੀ ਸਾਹਿਬ ਪਹਿਲੇ ਵੀ ਫਸੇ, ਜਦੋਂ ਇਹ ਨੋਇਡਾ ਦੇ ਵਿੱਚ ਗਏ ਸੀ, ਉੱਥੇ ਭੀੜ 'ਚ ਫਸ ਗਏ ਸੀ, ਅੱਧਾ ਘੰਟਾ ਭੀੜ 'ਚ ਫਸ ਰਹੀ ਸੀ ਗੱਡੀਆਂ ਇਹਨਾਂ ਦੀਆਂ, ਤੇ ਮੁੜ ਕੇ ਉੱਥੋਂ ਨਿਕਲੇ ਸੀ ਤੇ 2 ਮੁਲਾਜ਼ਮ 2 ਸਿਪਾਹੀ ਸਸਪੈਂਡ ਕਰਤੇ ਸੀ। ਕਿਆ ਬਾਤ! ਪ੍ਰਧਾਨ ਮੰਤਰੀ ਦੀ ਸੁਰੱਖਿਆ ਹੋਵੇ ਤੇ 2 ਸਸਪੈਂਡ ਕਰ ਦਿੱਤੇ। ਬੰਗਾਲ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਡੀ ਬਣੀ ਹੁੰਦੀ ਆ, ਸੇਫ ਡੀ ਬਣੀ ਹੁੰਦੀ ਆ, ਜਦੋਂ ਉਹਦੇ ਵਿੱਚ ਲੋਕ ਆ ਗਏ ਤੇ ਬਕਾਇਦਾ ਤੌਰ ਤੇ ਭਾਸ਼ਣ ਵਿੱਚ ਛੱਡ ਕੇ ਭੱਜ ਕਿ ਉਦੋਂ ਸੁਰੱਖਿਆ ਨਹੀਂ ਸੀ ਕੋਈ। ਹੁਣ ਤੇ ਤੁਸੀਂ ਕਿਸਾਨਾਂ ਤੋਂ 1 ਕਿਲੋਮੀਟਰ ਦੂਰ ਸੀਗੇ। ਕਿਸਾਨਾਂ ਦੀ ਵੀ ਥੋੜੀ ਜਿਹੀ ਗੱਲ ਗਲਤ ਆ। ਅੱਜ ਤੇ ਇੱਕ ਕੁਝ ਜਥੇਬੰਦੀਆਂ ਕਹਿ ਰਹੀਆਂ ਸਾਨੂੰ ਇਹ ਜਾਣਕਾਰੀ ਨਹੀਂ ਸੀ ਕਿ ਪ੍ਰਧਾਨ ਮੰਤਰੀ ਉਸ ਤੇ ਆ ਰਿਹਾ। ਜਿਨ੍ਹਾਂ ਨੇ ਰੋਕਿਆ ਵਾ ਉਹ ਇੱਕ ਦੂਜੇ ਨੂੰ ਵਧਾਈਆਂ ਦੇਣ ਡਏ ਆ। ਭਾਈ ਬਹੁਤ ਚੰਗਾ ਕੀਤਾ ਤੁਸੀਂ ਮੋਦੀ ਨੂੰ ਰੋਕ ਕੇ, ਤੁਹਾਨੂੰ ਵਧਾਈ ਹੋਵੇ ਜੀ। ਜੀ ਚਲੋ, ਮੇਰਾ ਕਹਿਣ ਤੋਂ ਭਾਵ 1 ਕਿਲੋਮੀਟਰ ਦੂਰ ਪ੍ਰਧਾਨ ਮੰਤਰੀ ਪਹਿਲਾਂ ਮੁੜੇ ਉੱਥੋਂ, ਅੱਗੇ ਤੇ ਗਏ ਨਹੀਂ। ਜਿਹੜੀ ਗੱਡੀ ਆ 650 ਜਿਹੜੇ ਸਿੱਖਿਆ ਗਾਰਡ ਇਹਨਾਂ ਨਾਲ ਚੱਲਦੇ ਆ, ਇਹਨਾਂ ਦਾ ਜਿਹੜੀ ਗੱਡੀ ਲੈ ਕੇ ਗਏ ਉਹ ਬੰਬ ਪ੍ਰੂਫ ਹੀ ਆ, ਬੁਲਟ ਪ੍ਰੂਫ ਹੀ ਆ, ਬਲਾਸਟ ਪ੍ਰੂਫ ਹੀ, ਤੇ ਫਿਰ ਵੀ ਖਤਰਾ ਕਿੱਥੋਂ ਪਤਾ ਹੋ ਗਿਆ? ਜਾਂ ਤੇ ਕਿਸਾਨਾਂ ਨੇ ਕੋਈ ਹਥਿਆਰ ਚੁੱਕੇ ਹੋਣ, ਜਾਂ ਕੋਈ ਮੰਦੀ ਭਾਸ਼ਾ ਬੋਲੀ ਹੋਵੇ, ਕੁਛ ਨਹੀਂ ਕੀਤਾ, ਆਪਣੀ ਮੰਗਾਂ ਦੀ ਗੱਲ ਕੀਤੀ ਵੀ ਭਾਈ ਸਾਡੇ ਨੇ ਕਮਿਟਮੈਂਟ ਕੀਤੀ ਸੀ, ਨਹੀਂ ਪੂਰੀਆਂ ਕੀਤੀਆਂ। ਪਰ ਕਿਸਾਨਾਂ ਨੂੰ ਵੀ ਬੇਨਤੀ ਕਰਾਂਗੇ, ਭਾਈ ਦੇਸ਼ ਦਾ ਪ੍ਰਧਾਨ ਮੰਤਰੀ ਆ, ਅੱਜ ਤੁਹਾਡੇ ਜਿਹੜਾ ਹੈਗਾ ਉੜੀਸਾ ਦਾ ਮੁੱਖ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਦੇਵ ਗੌੜਾ, ਉਧਵ ਠਾਕਰੇ ਮਹਾਰਾਸ਼ਟਰ ਦਾ ਮੁੱਖ ਮੰਤਰੀ, 1 ਦਰਜਨ ਦੇ ਕੋਈ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਨਿਖੇਧੀ ਕੀਤੀ, ਜਾਂਚ ਦੀ ਮੰਗ ਕੀਤੀ ਕਿ ਜਾਂਚ ਹੋਣੀ ਚਾਹੀਦੀ ਹੈ ਵੀ ਪ੍ਰਧਾਨ ਮੰਤਰੀ ਸੁਰੱਖਿਆ ਨੂੰ ਖਤਰਾ ਕਿਉਂ ਪੈਦਾ ਹੋਇਆ। ਲੇਕਿਨ ਜਿਹੜੇ ਪਹਿਲਾਂ ਹੀ ਘਟਨਾਵਾਂ ਵਾਪਰ ਚੁੱਕੀਆਂ ਨੇ ਉਹਨਾਂ ਬਾਰੇ ਕੋਈ ਜ਼ਿਕਰ ਨਹੀਂ ਕੋਈ ਕਰ ਰਿਹਾ, ਸਿਰਫ ਪੰਜਾਬ ਦਾ ਜ਼ਿਕਰ ਕੀਤਾ ਜਾ ਰਿਹਾ ਵਾ। ਇਹਦੇ ਵਿੱਚ ਚਾਵਲਾ ਸਾਹਿਬ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ 2 ਲੱਖ ਕਰੋੜ ਦੇ ਪ੍ਰੋਜੈਕਟ ਦੇਣੇ ਸੀ ਪੰਜਾਬ ਨੂੰ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀ। ਉਹਦੇ ਵਿੱਚ 42,750 ਰੁਪਏ ਦੇ ਪ੍ਰੋਜੈਕਟ ਇੱਕ ਸੀ, ਬਾਕੀ ਸਾਡੇ 3 ਜਿਹੜੇ ਬੰਦੀ ਕੈਦੀ ਸੀ ਕੱਲ ਉੱਥੇ ਬਕਾਇਦਾ ਤੌਰ ਤੇ ਅਨਾਉਂਸ ਕੀਤੇ ਜਾਣੇ ਸੀ, ਰਿਹਾਅ ਕੀਤੇ ਜਾਣ। ਬਕਾਇਦਾ ਤੌਰ ਤੇ 2 ਮੈਡੀਕਲ ਕਾਲਜ ਮਿਲਣੇ ਸੀ, IT ਹੱਬ ਮਿਲਣੀ ਸੀ ਸਾਨੂੰ, ਇੱਥੇ ਜਿਹੜੀ ਇੰਡਸਟਰੀ ਮਿਲਣੀ ਸੀ ਜਿੱਥੇ ਕੋਈ ਇੰਟਰਸਟ ਨਹੀਂ ਸੁਣਾ ਆਨਲਾਈਨ 10 ਸਾਲ ਤੱਕ। ਇਸ ਕਰਕੇ ਕਿਤੇ ਸਾਨੂੰ ਵੀ ਥੋੜਾ ਜਿਹਾ ਸੋਚਣਾ ਪਊਗਾ ਕਿ ਅਸੀਂ ਭਾਈ ਜੀ ਰੋਕਿਆ ਪ੍ਰਧਾਨ ਮੰਤਰੀ ਨੂੰ, ਕਿਸੇ ਤਰੀਕੇ ਦੇ ਸਲੀਕੇ ਨਾਲ ਰੋਕੀ, ਅਸੀਂ ਆਪ ਸਾਈਡ ਤੇ ਖਲੋ ਕੇ ਜਿੰਨੇ ਮਰਜ਼ੀ ਉਹਨੂੰ ਨਾਰੇ ਮਾਰ ਲਈਏ। ਪੱਟੀ ਸਾਹਿਬ ਪਹਿਲੇ ਦਿਨ ਸ਼ਾਇਦ ਤੁਸੀਂ ਮੇਰੇ ਨਾਲ ਸੀਗੇ, ਜਾਂ ਆਈ ਥਿੰਕ 5 ਤਰੀਕ ਨੂੰ ਤੁਸੀਂ, ਤੇ ਆਪਾਂ ਪਹਿਲੇ ਦਿਨ ਕਹੀ ਸੀ ਕਿ ਉਹਨਾਂ ਨੂੰ ਲੰਘ ਦੇਣਾ ਚਾਹੀਦਾ ਸੀ, ਲਾਂਘਾ ਦੇਣਾ ਚਾਹੀਦਾ ਸੀ, ਹਨਾ, ਉਹਨਾਂ ਨੂੰ ਲੰਘਣ ਦੇਣਾ ਚਾਹੀਦਾ ਸੀਗਾ। ਪਹਿਲੇ ਦਿਨ ਹੀ ਕਿਹਾ ਸੀਗਾ ਕਿ ਮੈਂ ਇਸ ਚੀਜ਼ ਦੇ ਖਿਲਾਫ ਹਾਂ ਕਿ ਪ੍ਰਧਾਨ ਮੰਤਰੀ, ਦੇਸ਼ ਦਾ ਪ੍ਰਧਾਨ ਮੰਤਰੀ, ਸਾਰੇ ਦੇਸ਼ ਦੇ ਵਿੱਚ ਉਹਦੀ ਮਤਲਬ ਜਿਹੜੀ ਆ ਇੱਜ਼ਤ ਮਾਨ ਸਤਿਕਾਰ ਉਵੇਂ ਹੋਣਾ ਚਾਹੀਦਾ, ਠੀਕ ਹੈ, ਉਹਨੂੰ ਲੰਘਣਾ ਦੇਣਾ ਚਾਹੀਦਾ ਸੀਗਾ। ਉਹ ਅਨਾਉਂਸਮੈਂਟ ਕਰਦੇ ਜਿਹੜੇ ਵੇਖੋ, ਜੇ ਅਸੀਂ ਕਹਿੰਦੇ ਗੋਦੀ ਮੀਡੀਆ ਨਾ, ਗੋਦੀ ਭਗਤ, ਤੇ ਇਵੇਂ ਗੋਦੀ ਭਗਤ ਦੂਜਿਆਂ ਨੂੰ ਵੀ ਤੇ ਕਹਿ, ਜਿਹੜੀ ਗੱਲ ਹੀ ਨਹੀਂ ਸੁਣਨਾ ਚਾਹੁੰਦੇ ਇਹ ਵੀ
ਦਿਨ ਮੈਨੂੰ ਕਹਿ ਨਹੀਂ ਸੀ ਚਾਵਲਾ ਤੁਸੀਂ ਕੀ ਕਹਿ ਰਹੇ ਹੋ ਕਿੱਦਾਂ, ਮੈਂ ਉਹਨੂੰ ਕਿਹਾ ਸੀਗਾ ਵੀ ਭਾਈ ਅਸੀਂ ਪੜ੍ਹ ਕੇ ਬੈਠੇ ਆ, ਕੀ ਅਨਾਉਂਸਮੈਂਟ ਕਰਨੀ ਹੈ, ਜੁਮਲੇ ਯਾਰ ਜੁਮਲੇ ਹੋਣ ਚਾਹੇ ਨਾ ਹੋਣ, ਠੀਕ ਹੈ। ਰੇਲਵੇ ਕੋਚ ਫੈਕਟਰੀ ਆਈ ਨਾ, ਅੱਜ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਉੱਥੇ। ਜੇ ਅਨਾਉਂਸਮੈਂਟ ਹੁੰਦੀ ਨਾ ਹੁੰਦੀ ਨਹੀਂ ਗੱਲ ਬਣਦੀ। ਗੋਇੰਦਵਾਲ ਸਾਹਿਬ ਦੇ ਵਿੱਚ ਰਾਜੀਵ ਗਾਂਧੀ ਇੱਕ ਨੀਂਹ ਪੱਥਰ ਰੱਖ ਕੇ ਗਿਆ ਸੀਗਾ, ਸ਼ਾਇਦ ਤੁਹਾਨੂੰ ਯਾਦ ਹੋਊਗਾ। ਹਾਂਜੀ 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 ਆਇਆ ਸੀ ਨਾ, ਕਿੰਨਾ ਖਾੜਕੂਆ ਸੀ, ਜਿਹੜੀ ਚੂੰ ਨਹੀਂ ਸੀ ਕਰ ਸਕਦੀ ਉਸ ਖਾੜਕੂਆਂ ਦੇ, ਕਿੰਨਾ ਪਾਣੀ ਛੱਡਿਆ ਸੀ, ਕਿਸ ਤਰੀਕੇ ਦੇ ਨਾਲ ਫਲੱਡ ਆਏ ਸੀ, ਜ਼ਿਆਦਾ ਤੁਹਾਨੂੰ ਪੂਰਾ ਬਿਆਸ ਦਰਿਆ ਰੋੜ ਦਿੱਤਾ ਕਿ ਬਿਆਸ ਦੇ ਆਸੇ ਪਾਸੇ ਦੇ ਰਹਿਣ ਵਾਲੇ ਲੋਕ ਜਿਹੜੇ ਸੀਗੇ ਬਰਬਾਦ ਹੋ ਗਏ ਸੀਗੇ। ਦੇਖੋ ਜੀ, ਉਹ ਕਾਂਗਰਸ ਦਾ ਉਸ ਵਕਤ ਪ੍ਰਧਾਨ ਮੰਤਰੀ ਆਇਆ ਸੀ, ਤੇ ਜੋ ਉਸ ਵਕਤ ਹਾਲਾਤ ਪੰਜਾਬ ਦੇ ਬਣੇ ਸੀ, ਭੁੱਲ ਗਏ ਪੰਜਾਬ ਨੂੰ। ਸਾਨੂੰ ਤਾਂ ਯਾਦ ਆ ਪੰਜਾਬ ਦੇ ਵਿੱਚ ਬਿਆਸ ਦੇ ਆਸ-ਪਾਸ ਰਹਿਣ ਵਾਲੇ ਲੋਕ ਕਿੰਨੇ ਬਰਬਾਦ ਹੋਏ ਸਨ। ਉੱਥੇ ਨੀਂਹ ਪੱਥਰ ਗੋਇੰਦਵਾਲ ਸਾਹਿਬ ਰੱਖ ਕੇ ਗਿਆ ਸੀ, ਆ ਗਿਆ ਰੱਖ ਗਿਆ। ਉਦੋਂ ਤੇ ਕਾਫਲਾ ਨਹੀਂ ਰੁਕਿਆ, ਉਦੋਂ ਕੋਈ ਖਤਰਾ ਨਹੀਂ ਹੋਇਆ, ਜਦੋਂ ਕਿ ਪੰਜਾਬ ਦਾ ਹਰ ਬਸ਼ਿੰਦਾ 4 ਵਜੇ ਘਰ ਵੜ ਜਾਂਦਾ ਸੀ। ਹਰ ਬਸ਼ਿੰਦਾ 4 ਵਜੇ ਘਰ ਵੜ ਜਾਂਦਾ ਸੀ, ਹਰ ਮਤਲਬ ਬਸ਼ਿੰਦਾ ਨਾਗਰਿਕ ਪੰਜਾਬ ਦਾ ਘਰ ਵੜ ਜਾਂਦਾ ਸੀ। ਸੁਣ ਲਓ, ਜੇ ਹਿੰਦੁਸਤਾਨੀ ਸੁਣਨਾ ਚਾਹੁੰਦੇ ਸੁਣੋ ਸੱਚਾਈ ਪੁਰਾਣੀ ਸੁਣ ਲਓ। ਰਾਜੀਵ ਗਾਂਧੀ ਕਾਂਗਰਸ ਦਾ ਪ੍ਰਮੁੱਖ ਪੰਜਾਬ ਦੇ ਵਿੱਚ ਉਸ ਵਕਤ ਜਦੋਂ ਫਲੱਡ ਆਏ ਸੀਗੇ ਬੜੇ ਵੱਡੇ, ਨੀਂਹ ਪੱਥਰ ਰੱਖਣਾ ਸੀਗਾ, ਨੀਂਹ ਪੱਥਰ ਰੱਖ ਗਿਆ। ਅਗਲਿਆਂ ਨੇ ਨੀਂਹ ਪੱਥਰ ਤੋਂ ਬਾਅਦ ਚੱਕ ਕੇ ਨੀਂਹ ਪੱਥਰ ਦਰਿਆ ਸੁੱਟਤਾ ਅਗਲੇ ਦਿਨ, ਜੋ ਰੱਖ ਲਾ ਬਈ। ਉਦੋਂ ਤੇ ਉਹਨੂੰ ਕੋਈ ਨੁਕਸਾਨ ਨਹੀਂ ਹੋਇਆ। ਹਿੰਦੁਸਤਾਨ ਦਾ ਹੀ ਪ੍ਰਧਾਨ ਮੰਤਰੀ ਓਪਨ ਜੀਪ ਦੇ ਵਿੱਚ ਤੁਸੀਂ ਕੱਲ ਦੱਸਿਆ ਸੀਗਾ ਕਿ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ। ਉਹੀ ਸੂਬਾ ਆ ਜਿੱਥੇ ਬਖਤਰਬੰਦ ਗੱਡੀਆਂ ਦੇ ਵਿੱਚ ਅੱਜ ਤਾਂ ਬੜੀ ਤਰੱਕੀ ਕਰ ਲਈ ਆ। ਬੋਲਣ ਨੂੰ ਬਹੁਤ ਕੁਝ ਆ ਯਾਰ। ਤੁਸੀਂ ਕਾਂਗਰਸ ਨਾਲ ਲੜੋ, ਭਾਜਪਾ ਹੀ ਕਾਂਗਰਸ ਨਾਲ ਲੜਨ। ਕਾਂਗਰਸ ਨੇ ਤੁਹਾਡੇ ਨਾਲ ਰਾਜਨੀਤੀ ਕੀਤੀ ਹੈ, ਜੇ ਤੁਸੀਂ ਕਾਂਗਰਸ ਨਾਲ ਰਾਜਨੀਤੀ ਕੀਤੀ ਹੈ ਬਾਕੀ ਦੇ ਸੂਬਿਆਂ ਨੂੰ ਜਿੱਤਣ ਵਾਸਤੇ, ਵੀ ਡੋਂਟ ਕੇਅਰ ਅਬਾਊਟ ਦੈਟ। ਪਰ ਜਦੋਂ ਤੁਸੀਂ ਇੱਕ ਤਬਕੇ ਨੂੰ ਕਹਿੰਦੇ ਹੋ ਕਿ 84 ਯਾਦ ਕਰਾ ਦਿਆਂਗੇ, ਕਲਮਦਵਾਤ ਨਹੀਂ ਲੱਭਣੀ, ਇਤਿਹਾਸ ਨਹੀਂ, ਉਹ ਇਤਿਹਾਸ ਲਿਖਣ ਵਾਲੇ ਤੁਹਾਡੇ ਵਰਗੇ ਬਿਆਨ ਦੇਣ ਵਾਲੇ ਕਈ ਆਏ ਤੇ ਕਈ ਤੁਰ ਗਏ ਤੇ ਕਈਆਂ ਤੁਰ ਜਾਣਾ। ਅਜੇ ਤੱਕ ਕਿਸੇ ਕੌਮ ਦਾ ਕਿਤੇ ਇੱਥੇ ਕੋਈ ਦੁਨੀਆ ਤੋਂ ਨਾਮੋ ਨਿਸ਼ਾਨ ਮਿਟਿਆ? ਹਾਂ, ਬਿਆਨ ਦੇਣ ਵਾਲੇ ਮਿਟ ਗਏ। ਕਾਲ ਲੈ ਲੈਣੇ। ਬਿਲਕੁਲ ਜੀ। ਹੈਲੋ, ਹਾਂਜੀ ਸਰ, ਸਤਿ ਸ੍ਰੀ ਅਕਾਲ ਦੁਬਾਰਾ ਫੇਰ ਪੱਟੀ ਸਾਹਿਬ। ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ। ਛੋਟਾ ਰੱਖਿਓ ਵੀਰ ਜੀ ਪਲੀਜ਼। ਹਾਂਜੀ ਬਿਲਕੁਲ ਛੋਟਾ ਜੀ। ਪਹਿਲੇ ਆਪਣਾ ਥੋੜਾ ਜਿਹਾ ਤਾਂ ਮੈਂ ਚਾਵਲਾ ਜੀ ਗੱਲਾਂ ਚ ਭੁੱਲ ਹੀ ਗਿਆ। ਹਾਂਜੀ ਆ ਗਿਆ ਜਦ। ਇੱਕ ਤਾਂ ਪੱਟੀ ਸਾਹਿਬ ਜਿਹੜਾ ਪੰਜਾਬ ਦੇ ਕਿਸਾਨਾਂ ਦੀ ਤੁਸੀਂ ਗੱਲ ਕਰਦੇ ਆ ਨਾ, ਮੈਂ ਪਹਿਲਾਂ ਵੀ ਗੱਲ ਕਰਕੇ ਹਟਾਂ ਦੁਬਾਰਾ, ਮੈਂ ਬਿਲਕੁਲ ਛੋਟੇ ਵੀ ਭੱਜਿਓ ਬਦਨਾਮ ਨੂੰ ਬਦਨਾਮ ਕਰਨ ਦੇ ਲਈ। ਆਪਣਾ ਸਵਾਲ ਰਿਪੀਟ ਨਾ ਕਰਿਓ ਪਲੀਜ਼, ਜੇ ਨਵਾਂ ਹੈਗਾ ਤੇ ਫੇਰ ਕਰਿਓ। ਪੱਟੀ ਸਾਹਿਬ ਨੂੰ ਪਤਾ ਨਹੀਂ ਉਸ ਚੀਜ਼ ਦਾ, ਮੈਂ ਇਸ ਕਰਕੇ ਨਹੀਂ ਪੱਟੀ ਸਾਹਿਬ ਨੂੰ ਛੱਡੋ ਨਾ, ਬਾਕੀ ਸਰੋਤਿਆਂ ਨੂੰ ਤਾਂ ਪਤਾ ਨਾ, ਤੁਸੀਂ ਨਵਾਂ ਕਰੋ ਨਾ। ਫੂਲ ਸਾਹਿਬ ਨੂੰ ਕੀ ਲੋੜ ਪਈ ਆ ਆਪਣੇ ਆਪ ਜਾਣ ਕੇ ਦੇਣ ਦੀ? ਚਲੋ ਜੇ ਉਹਨੂੰ ਰੋਕ ਵੀ ਲਿਆ ਰਸਤਾ ਜਿੱਦਾਂ ਮਰਜੀ, ਫੂਲ ਸਾਹਿਬ ਨੂੰ ਕਿਉਂ ਕੀ ਲੋੜ ਪਈ ਵੀ ਧੱਕੇ ਨਾਲ ਜ਼ਬਰਦਸਤੀ ਆਪ ਹੀ ਆ ਕੇ ਕਹੀ ਜਾਂਦੇ ਜੀ ਮੈਂ ਸੀ ਰੋਕਿਆ, ਅਸੀਂ ਪ੍ਰਧਾਨ ਮੰਤਰੀ ਨੂੰ ਵਾਪਸ ਭੇਜਿਆ। ਤੇ ਇੱਕ ਫੂਲ ਸਾਹਿਬ ਤੇ ਇੱਕ ਆਪਣੇ ਦੂਜੇ ਪੰਨੂ ਪੰਦੇਰ ਹੋਣੀ, ਤੁਸੀਂ ਸੇਮ ਹਾਲਾਤ ਉਹੀ 26 ਜਨਵਰੀ ਵਾਲੇ ਵੀ ਉਹਨਾਂ ਬੰਦਿਆਂ ਨੇ। ਬਸ ਤੁਹਾਨੂੰ ਇੱਕੋ ਹੀ ਸਵਾਲ ਆਉਂਦਾ ਵਾ, ਪਹਿਲੀ ਵਾਰੀ ਵੀ ਇਹੀ ਹੁੰਦਾ ਸੀਗਾ ਜਦੋਂ ਮੈਨੂੰ ਉਹਦਾ ਆਨਸਰ ਨਹੀਂ ਆਨਸਰ ਤੁਹਾਡੇ ਕੋਲ ਨਹੀਂ, ਤੁਹਾਨੂੰ ਹਰ ਵਾਰੀ ਆਨਸਰ ਨਹੀਂ ਨਾ ਮਿਲਦਾ ਨਾ। ਮਸਲਾ ਤੇ ਆ ਫਿਰ ਮੇਰੀ ਤੁਹਾਡੇ ਨਾਲ ਸਿੰਘ ਫਸ ਜਾਂਦੇ ਆ। ਹਾਂਜੀ ਚਲੋ ਗਲਤ ਤਾਂ ਕੀ ਹੈ ਜੀ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੀ, ਇੱਥੇ ਬਣੀ ਲੱਕੜੀ ਇਕੱਠੀ ਹੋਈ ਆ, ਹਰ ਕੋਈ ਇੱਕ ਤੋਂ ਦੂਜੇ ਅੱਗੇ ਲੱਗਣਾ ਚਾਹੁੰਦਾ। ਬਸ ਉੱਥੇ ਰੱਖ ਲਓ ਤੁਸੀਂ ਇਹਨਾਂ ਨੂੰ। ਮੁਕਾਲਾ ਮੇਰਾ ਨਾਂ ਫਿਰ ਅਖਬਾਰ ਚ ਆ ਜੇ, ਫਰੰਟ ਪੇਜ ਤੇ ਮੇਰੀ ਫੋਟੋ ਛਪ ਜੇ, ਇਹਦੇ ਬਾਅਦ ਕੁਛ ਨਹੀਂ ਹੈਗਾ। ਕੁਛ ਨਹੀਂ ਹੋਣਾ। ਜਿਵੇਂ ਅੱਜ ਉਹ ਇੱਕ ਸਿਰ ਫਿਰਿਆ ਜਿਹਾ ਵਾ, ਉਹ ਭਾਈ ਸਤਵੰਤ ਸਿੰਘ ਉਹਨਾਂ ਦੀ ਫੋਟੋ ਤੇ ਜੁੱਤੀਆਂ ਮਾਰੀ ਜਾਂਦਾ ਆ, ਹਨਾ? ਬਿਲਕੁਲ। ਉਹ ਕੀ ਆ, ਨਾ ਚਮਕਾਉਣ ਵਾਸਤੇ ਕਿ 4 ਸਿਕਿਉਰਿਟੀ ਦੇ ਗਾਰਡ ਮੈਨੂੰ ਮਿਲ ਜਾਣਗੇ। ਇਦਾਂ ਦੇ ਇੱਥੇ ਵੀ ਆ। ਫੂਲ ਸਾਹਿਬ ਨੂੰ ਕੀ ਹੋਣਾ, ਫੂਲ ਸਾਹਿਬ ਨੂੰ ਫੜ ਕੇ ਲੈ ਕੇ ਜਾਣਗੇ ਤੇ ਉੱਥੇ ਧਰਨਾ ਲਾਉਣਾ ਵਾ ਅਗਲੇ ਨੇ ਪੁਲਿਸ ਦੇ ਸਾਹਮਣੇ। ਕਿਹੜਾ ਵਾ ਫੜ ਕੇ ਲੈ ਜਾਊਗਾ ਉਹਨਾਂ ਨੂੰ? ਜੇ ਦਿੱਲੀ ਦੇ ਵਿੱਚ ਇੰਨਾ ਚਿਰ ਨਹੀਂ ਉੱਥੇ ਕੋਈ ਵੱਡੇ ਨੇਤਾ ਦੇ ਕਿਸਾਨ ਦੀ ਗ੍ਰਿਫਤਾਰੀ ਹੋਈ, ਤੇ ਅੱਜ ਫੂਲ ਸਾਹਿਬ ਨੂੰ ਪਤਾ ਹੈ ਸਾਰੇ ਰੋਟੀਆਂ ਲਾ ਰਹੇ ਆ।
ਤੰਦੂਰ ਤਾਂ ਪਿਆ। ਤੱਕ ਕੀ ਹੈ ਐਕਚੁਅਲੀ ਬੇਸਿਕਲੀ ਜਿਹੜੀ ਆ ਉਹ ਭਾਜਪਾ ਤੇ ਪੋਲੀਟੀਕਲ ਫਾਇਦਾ ਲੈਣਾ ਚਾਹੁੰਦੀ ਹੈ ਬਸ ਉਹ ਵੱਡੇ ਸੂਬਿਆਂ ਦੇ ਵਿੱਚ ਕਾਂਗਰਸ ਨੂੰ ਬਦਲਾਅ ਕਰਨਾ ਅੱਜ ਵੱਡੇ ਸੂਬਿਆਂ ਦੇ ਵਿੱਚ ਜੇ ਅੱਜ ਸੋਨੀਆ ਗਾਂਧੀ ਨੇ ਸੀਐਮ ਚੰਨੀ ਨੂੰ ਫੋਨ ਕੀਤਾ ਤੇ ਵੱਡੇ ਉਹਨਾਂ ਨੂੰ ਦੂਜੇ ਸੂਬਿਆਂ ਦੇ ਵਿੱਚ ਜਿਹੜੀ ਵੀ ਪਾਰਟੀ ਚਾਵੇ ਅੱਜ ਪੰਜਾਬ ਦੇ ਲੋਕੀ ਤੇ ਲਾਲਚੀ ਹੋਏ ਫਿਰਦੇ ਆ। ਕੱਲ ਸਿੱਧੂ ਨੂੰ ਬੜਾ ਚੰਗਾ ਗਿਣਦੇ ਸੀ, ਮੇਰੀ ਵੋਟੀ 1000 ਰੁਪਇਆ ਚੁੱਕ ਕੇ ਮਾਰੂਗੀ, ਤੇਰੀ ਵੋਟੀ ਤੇ ਚੁੱਕ ਕੇ ਮਾਰੂਗੀ ਭਾਈ। ਜਾ ਕੇ ਤੇ ਚੁੱਲ੍ਹਿਆਂ 'ਚ ਵੇਖ ਜਿਨ੍ਹਾਂ ਨੂੰ ਤੁਸੀਂ ਦਾਲਾਂ ਉਹੋ ਜਿਹੀਆਂ ਦਿੱਤੀਆਂ ਨੇ ਤੁਹਾਡੇ ਗੱਠਜੋੜ ਦੇ ਰਾਜ ਦੇ ਵਿੱਚ, ਉਦੋਂ ਵੀ ਤੁਸੀਂ ਦੇਖੋ, ਉਦੋਂ ਵੀ ਤੁਸੀਂ ਰਾਸ਼ਨ ਫ੍ਰੀ ਵੰਡਿਆ, ਉਦੋਂ ਤੁਸੀਂ ਰੋਡ ਤੇ ਨਿਕਲ ਕੇ ਵੇਖਿਆ। ਤੇਰੀ ਵੋਟੀ ਤੇ ਚੱਕ ਕੇ ਮਾਰੂਗੀ, ਅੱਜ ਤੂੰ ਉਹਨੂੰ ਡਬਲ ਕਰਕੇ ਰੱਖ ਦਿੱਤਾ, ਹੁਣ ਡਬਲ ਤੇਰੀ ਵੋਟੀ ਰੱਖ ਲਊਗੀ। ਪੰਜਾਬ ਨੂੰ ਤਾਂ ਜਦੋਂ ਮਰਜ਼ੀ ਤੁਸੀਂ ਇਦਾਂ ਲਾਲਚੀ ਬਣਾ ਦਿੱਤਾ ਇਹਨਾਂ ਨੇ। ਜੇ ਅੱਜ ਨਰਿੰਦਰ ਮੋਦੀ ਸਾਹਿਬ ਚਾਹਣ, ਮਾਫ ਕਰਨਾ ਮੈਂ ਕੋਈ ਪੱਖ ਨਹੀਂ ਲੈ ਰਿਹਾ, ਅੱਜ ਨਰਿੰਦਰ ਮੋਦੀ ਸਾਹਿਬ ਚਾਹਣ ਨਾ ਕੱਲ ਨੂੰ ਰੈਲੀ ਕਰ ਲੈਣ, ਰੋਕ ਕੇ ਦਿਖਾਓ ਤੁਸੀਂ, ਕੋਈ ਨਹੀਂ ਰੋਕ ਸਕਦਾ ਜੇ ਆਪਣੀ ਆਈ ਤੇ ਆ ਗਏ ਉਹ। ਚਾਵਲਾ ਸਾਹਿਬ ਉਹਨਾਂ ਕੋਲੇ ਬੜਾ ਵਧੀਆ ਫੰਡਾ ਵਾ, ਫਿਰੋਜ਼ਪੁਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਪਠਾਨਕੋਟ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਜੇ ਉਹਨਾਂ ਰੈਲੀ ਕਰਨੀ ਤਾਂ ਉਹਨਾਂ ਨੂੰ ਕਿਸੇ ਪੁਲਿਸ ਫੋਰਸ ਦੀ ਲੋੜ ਨਹੀਂ ਹੈਗੀ। 50 ਕਿਲੋਮੀਟਰ ਦਾ ਏਰੀਆ ਬਕਾਇਦਾ ਤੌਰ ਤੇ ਬੀਐਸਐਫ ਦੇ ਅੰਡਰ ਆ। ਬਸ ਤੁਹਾਡੀ ਕਿਸੇ ਨੇ ਬੀਐਸਐਫ ਸੁਣਨੀ ਮੁੜ ਕੇ? ਅੱਜ ਤੇ ਪੁਲਿਸ ਵਾਲੇ ਸਾਡੇ ਆਪਣੇ ਦੇ ਭੈਣਾ ਭਰਾ ਉਹ ਸਾਡੀ ਗੱਲ ਸੁਣਦੇ ਨੇ, ਮੁੜ ਕੇ ਨਹੀਂ ਕਿਤੇ ਸੁਣਨੀ ਉਹਨਾਂ ਫਿਰ ਮਤਲਬ ਉਹੀ ਤੇ ਗੱਲ ਕਹਿ ਵੀ ਜੇ ਰੈਲੀ, ਜੇ ਆਪਣੀ ਆਈ ਤੇ ਆ ਜਾਣ ਰੈਲੀ ਕਰਨ, ਤੇ ਜੇ ਆਪਣੀ ਆਈ ਤੇ ਆ ਜਾਣ ਪੰਜਾਬ ਨੂੰ, ਮਤਲਬ ਤੁਸੀਂ ਕੱਲ ਈਵੀਐਮ ਬਾਬਾ ਦਾ ਰੌਲਾ ਰੌਂਦੇ ਸੀਗੇ, ਅੱਜ ਉਹ ਆਈ ਤੇ ਆ ਜਾਣ ਜੋ ਮਰਜ਼ੀ ਕਰ ਲੈਣ। ਤੁਸੀਂ ਕੀ ਸਮਝਦੇ ਆ? ਪਰ ਮੈਂ ਤੁਹਾਨੂੰ ਇਹ ਦੱਸ ਦਿਆਂ, ਮੋਦੀ ਸਾਹਿਬ ਇਹੋ ਜਿਹੀ ਗਲਤੀ ਕੋਈ ਨਹੀਂ ਕਰਨਗੇ। ਸਿਰਫ ਬੀਜੇਪੀ ਦਾ ਏਜੰਡਾ ਇੱਕ ਹੈ ਕਿ ਕਾਂਗਰਸ ਨੂੰ ਬਦਨਾਮ ਕਰਕੇ, ਇਹਨਾਂ ਨੂੰ ਨਿਕ ਬਦਨਾਮ ਕਰਦੇ ਦੁਬਾਰਾ ਸੱਤਾ ਲਾ ਸਕਣ। ਬਸ ਚਲੋ, ਉਧਰ ਚੰਨੀ ਸਾਹਿਬ ਦੇ ਵੀ ਸਲਾਹਕਾਰ ਚੰਗੇ ਨੇ, ਸਟਰੋਂਗ ਹੋ ਕੇ ਮੁਕਾਬਲਾ ਕਰ ਰਹੇ ਨੇ। ਅਗਲੀ ਕਾਲ ਲੈ ਲੈਣੇ ਆ। ਹੈਲੋ ਜੀ ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ, ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ, ਕੱਲ ਮੈਂ ਗੱਲ ਛੇੜੀ ਸੀ ਬੁੱਲੀ ਬਾਈ ਦੀ, ਉਹਦੀ ਅੱਜ ਦਿੱਲੀ ਪੁਲਿਸ ਨੇ ਵੀ ਇੱਕ ਦੇਤਾ, ਇੱਕ ਬੰਦਾ ਫੜ ਲਿਆ, 3 ਕੱਲ ਉਹਨਾਂ ਨੇ ਫੜੇ ਸੀ। ਬੜੇ ਲੇਟ ਹੋ ਵਿਰਕ ਸਾਹਿਬ, ਕਿੱਥੇ ਕਿਹੜੇ ਦੁਨੀਆ 'ਚ ਰਹਿੰਦੇ ਤੁਸੀਂ? ਕੱਲ ਗੱਲ ਕੀਤੀ ਸੀ, ਕੱਲ 2 ਵਾਰੀ ਗੱਲ ਕੀਤੀ। ਕਿਹੜੀ ਦੁਨੀਆ 'ਚ ਰਹਿੰਦੇ ਹੋ, ਮੈਨੂੰ ਸਮਝ ਲੱਗਦੀ ਤੁਸੀਂ। ਨਹੀਂ, ਮੈਂ ਇਹਦੇ ਨਾਲ ਗੱਲ ਜੋੜਨੀ ਹੈ। ਜੋੜ ਲਓ, ਚਲੋ ਅੱਗੇ ਜੋੜ ਲਾ ਅੱਗੇ ਹਾਂ। ਉਹ ਜੇ ਤੁਹਾਨੂੰ ਡਿਟੇਲ ਡਿਸਕਸ ਕਰ ਲੈਣ ਤੇ ਅੱਜ ਫਿਰ ਇੱਕ ਬੇਅਦਬੀ ਦਾ ਮਾਮਲਾ ਪੰਜਾਬ 'ਚ ਆਇਆ। ਇੱਕ ਬੰਦਾ ਜਾਂਦਾ ਗੁਰਦੁਆਰਾ ਪਿੰਡ ਤੋਂ ਥੋੜਾ ਜਿਹਾ ਬਾਹਰ ਸੀ, ਉਹ ਦਰਬਾਰ ਸਾਹਿਬ ਚੁੱਕਦਾ, ਉਹਨੂੰ ਟੇਬਲ ਤੇ ਰੱਖਦਾ, ਥੱਲੇ ਵਾਲਾ ਮਾਲਾ ਵੱਡਾ ਚੁੱਕਦਾ, ਉਹਦੀ ਵੋਕਲ ਮਾਰਦਾ, ਬੰਦੇ ਫੜ ਲੈਂਦੇ ਨੇ ਪਿੰਡ ਵਾਲੇ, ਉਹਨੂੰ ਬੰਦ ਕਰ ਦਿੰਦੇ ਨੇ, ਪੁਲਿਸ ਵਾਲੇ ਸੱਦ ਰਹੇ ਉਹਨਾਂ ਬਾਹਰ ਸਾਧਦੇ ਨੇ ਤੇ ਉਹਨਾਂ ਨੂੰ ਪੁੱਛਦੇ ਨੇ। ਇੰਨਾ ਕੋਈ ਮੈਨੂੰ ਪਤਾ ਲੱਗਾ ਕਿ ਉਹ ਮੰਨਿਆ ਕਿ ਮੈਂ ਮੁਸਲਮਾਨ ਆ, ਮੰਨ ਜਾਏਗਾ ਸਭ ਕੁਝ ਮੇਰਾ। ਡਿਟੇਲ ਜੇ ਤੁਹਾਨੂੰ ਇਸ ਕੇਸ ਦਾ ਪਤਾ ਹੋਇਆ ਤਾਂ ਪੱਲੀ ਸਾਹਿਬ ਤੁਹਾਨੂੰ ਜ਼ਰੂਰ ਪਤਾ ਹੋਏਗਾ। ਨਹੀਂ, ਇਹ ਤੁਸੀਂ ਸੁਣ ਲਿਆ ਕਿ ਕਿਸੇ ਨੇ ਕਹਿਤਾ ਕਿ ਮੈਂ ਮੁਸਲਮਾਨ ਆ, ਵਿੱਚੋਂ ਕਹਿਣ ਵਾਲੇ ਦੀ ਗੱਲ ਜਿਹੜੀ ਉਹ ਹਾਈਲਾਈਟ ਹੋ ਗਈ। ਜਿਹੜਾ ਤੁਸੀਂ ਦੇਖੋ ਚਾਵਲਾ ਸਾਹਿਬ, ਜੇ ਤਾਂ ਤੁਸੀਂ ਪਹਿਲਾਂ ਹੀ ਟੋਕਣੀ ਹੈ ਫਿਰ ਤਾਂ ਗੱਲ ਹੀ ਖਤਮ ਹੋ ਗਈ। ਨਹੀਂ ਟੋਕਣੀ ਮੈਂ ਤੁਹਾਡੀ ਨਹੀਂ, ਤੁਸੀਂ ਉੱਥੇ ਬੈਠੇ ਨੇ, ਲੈਟ ਵੀ ਆਸਕ, ਜੇ ਉਹਨਾਂ ਨੇ ਸੁਣਿਆ, ਮੈਂ ਅੱਗੇ ਮੇਰੀ ਗੱਲ ਸੁਣੋ ਪੂਰੀ। ਨਹੀਂ ਜੇ ਤੁਸੀਂ ਸਮਾਂ ਥੋੜਾ ਵਾ, ਸਿਰਫ 2 ਮਿੰਟ। ਨਹੀਂ ਵਿਰਕ ਸਾਹਿਬ, ਵਾਈ ਯੂ ਐਂਗਰੀ, ਵਾਈ ਤੁਸੀਂ ਗਰਮ ਕਿਉਂ ਹੋਏ ਹੋ? ਗਰਮ ਇਸ ਕਰਕੇ ਹੋਇਆ ਵੀ ਕੱਲ ਵੀ ਤੁਸੀਂ ਕਹਿਤਾ ਵੀ ਆ ਚਲੋ ਤੁਹਾਡੀ ਮੰਨ ਲਈ, ਤੁਹਾਡਾ ਬੜਾ ਡਿਸਕਸ ਹੋਇਆ ਤੇ ਗੱਲ ਸੁਣੀ, ਮੈਂ ਇਸੇ ਕਰਕੇ ਜੋੜਨਾ ਸੀਗਾ ਵੀ ਜੇ ਤੁਹਾਨੂੰ ਪਤਾ ਲੱਗਾ। ਮੈਂ ਉਹ ਵੀਡੀਓ ਵੇਖੀ, ਮੈਂ ਵਿਰਕ ਸਾਹਿਬ ਹੁਣ ਸੁਣੋ, ਵਿਰਕ ਸਾਹਿਬ ਗੱਲ ਸੁਣੋ ਹੁਣ ਮੇਰੀ। ਜਿੱਦਾਂ ਟੋਨ 'ਚ ਤੁਸੀਂ ਬੋਲੇ ਨਾ, ਮੁੜ ਕੇ ਤੁਸੀਂ ਸਵੇਰੇ ਫੋਨ ਕਰਦੇ ਹੁੰਦੇ ਆ, ਲੈਟ ਮੀ ਟਾਕ ਟੂ ਯੂ ਨਾਓ ਔਨ ਮਾਈ ਟੋਨ। ਮੈਂ ਉਹ ਵੀਡੀਓ ਵੇਖੀ ਆ, ਮੈਂ ਵੀਡੀਓ ਦੇ ਵਿੱਚ ਕਹਿਣਾ ਕਿ ਸ਼ਰੇਆਮ ਉਹ ਇੱਕ ਲਾਈਨ ਖਿੱਚੀ ਜਾ ਰਹੀ ਆ। ਹੋਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜਿੱਦਾਂ ਤੁਸੀਂ ਬੋਲੋਗੇ ਉਦਾਂ ਮੈਨੂੰ ਬੋਲਣਾ ਆਉਂਦਾ ਆ। ਆਈ ਨੋ ਹਾਊ ਟੂ ਟਾਕ। ਜੇ ਚਾਰ ਲਫ਼ਜ਼ ਇੰਗਲਿਸ਼ ਦੇ ਆਉਂਦੇ ਆ ਤੇ ਕੂਲ ਡਾਊਨ। ਮੈਂ ਮੌਕਾ ਦਿੰਦਾ ਬੋਲਣ ਵਾਸਤੇ। ਮੇਰੇ ਵਾਸਤੇ ਮੁਸਲਿਮ ਵੀ, ਮੇਰੇ ਵਾਸਤੇ ਹਿੰਦੂ ਵੀ, ਮੇਰੇ ਵਾਸਤੇ ਸਿੱਖ ਵੀ, ਮੇਰੇ ਵਾਸਤੇ ਈਸਾਈ ਵੀ, ਸਾਰੇ ਬਰਾਬਰ ਆ। ਜੇ ਆ ਕੇ ਕਿਸੇ ਨੇ ਕਹਿ ਦਿੱਤਾ ਕਿ ਉਹ ਮੁਸਲਮਾਨ ਆ ਤੇ ਕਿੱਧਰ ਨੂੰ ਜਾਂਦੀ ਹੈ ਗੱਲ, ਤੁਸੀਂ ਦੱਸੋ ਮੈਨੂੰ। ਜੇ ਕੱਲ ਕਹਿ ਦੇ ਕੋਈ ਹਿੰਦੂ ਆ ਤੇ ਕਿੱਧਰ ਨੂੰ ਜਾਂਦੀ ਹੈ ਗੱਲ? ਤੁਸੀਂ ਯੂ ਆਰ ਯੂਜ਼ਿੰਗ ਮਾਈ ਪਲੇਟਫਾਰਮ ਐਂਡ ਆਈ ਹੈਵ ਟੂ ਬੈਲੈਂਸ ਦੈਟ। And don't talk me like that. And I know how to talk. ਠੀਕ ਹੈ, ਮੈਨੂੰ ਪਤਾ ਕਿੱਦਾਂ ਪ੍ਰੋਗਰਾਮ ਰਨ ਕਰਨਾ ਆ।
ਤੁਸੀਂ ਆ ਕੇ ਮੇਰੇ ਵਕੀਲ ਦੀਆਂ ਫੀਸਾਂ ਨਹੀਂ ਤਾਰਨੀਆਂ ਪਲੀਜ਼। ਹਾਂਜੀ ਭੱਟੀ ਸਾਹਿਬ। ਜਿਹੜੀ ਗੱਲ ਉਹ ਕਹਿ ਰਹੇ ਨੇ ਜੀ, ਬਕਾਇਦਾ ਤੌਰ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ, ਭੱਗੂਪੁਰ ਪਿੰਡ ਹੈ, ਨਾਲਾ ਤਹਿਸੀਲ ਪੈਂਦਾ, ਨੇਪਾਲ ਦੇ ਲਾਗੇ ਪਿੰਡ ਚ, ਤਾਂ ਉਸ ਗੁਰਦੁਆਰੇ ਚ ਇਹ ਬੇਦਬੀ ਹੋਈ ਸੀ। ਬਕਾਇਦਾ ਤੌਰ ਤੇ ਉਹ ਬੰਦਾ ਫੜਿਆ, ਪੁਲਿਸ ਨੂੰ ਦੇ ਦਿੱਤਾ ਗਿਆ, ਪੁਲਿਸ ਨੇ ਬਕਾਇਦਾ ਤੌਰ ਤੇ ਉਹਦੀ ਇੰਟਰੋਗੇਸ਼ਨ ਕੀਤੀ ਤੇ ਕੱਲ ਆਈਓ ਨੂੰ ਪੁੱਛਿਆ ਸੀ, ਭਾਈ ਤੁਸੀਂ ਕੀ ਇੰਟਰੋਗੇਸ਼ਨ ਕੀਤੀ, ਹੁਣ ਤੱਕ ਤੁਹਾਡੇ ਕੋਲ ਕੀ ਹੈ, ਕੀ ਦੱਸਿਆ ਇਹਨੇ। ਕੱਲ ਜਦੋਂ ਅਦਾਲਤ ਪੇਸ਼ ਕੀਤਾ ਤੇ ਅਦਾਲਤ ਨੇ ਉਹਦਾ 5 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਤੇ ਆਈਓ ਇਹ ਗੱਲ ਕਹਿ ਰਿਹਾ ਸੀ, ਵੇਖੋ ਜੀ ਸਾਨੂੰ ਕੋਈ ਜਾਣਕਾਰੀ ਨਹੀਂ, ਵੱਡੇ ਅਫਸਰ, ਉੱਪਰਲੇ ਅਫਸਰ, ਐਸਐਸਪੀ ਵਗੈਰਾ, ਐਸਪੀ ਵਗੈਰਾ, ਵੱਡੇ ਅਫਸਰ ਜਿਹੜੇ ਉਹ ਆ ਕੇ ਜਿਹੜੀ ਸੀ ਪੁੱਛ ਪੜਤਾਲ ਕਰ ਰਹੇ, ਉਹ ਤੁਹਾਨੂੰ ਜਾਣਕਾਰੀ ਦੇ ਸਕਦੇ ਆ ਜੀ। ਉਹਨਾਂ ਨੇ ਕੱਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਦੇ ਫੋਨ ਨਹੀਂ ਸੀ ਮਿਲ ਰਹੇ। ਮੈਂ ਕਹਿੰਦਾ ਪੁੱਛ ਲਈ ਵੀ ਕੀ ਕਹਿੰਦੇ ਆ, ਅਗਲੇ 1-2 ਦਿਨਾਂ ਚ ਪਤਾ ਲੱਗ ਜਾਏਗਾ ਵੀ ਉਹ ਬੰਦਾ ਇਹ ਉਹਨੇ ਇੰਨੀ ਗੱਲ ਦੱਸੀ ਕਿ ਇਹ ਬੰਗਾਲ ਨੂੰ ਬਿਲੋਂਗ ਕਰਦਾ ਵਾ। ਮੈਂ ਸੋਚਦਾ ਕਿ ਸ਼ਾਇਦ ਜੇ ਕਿਤੇ ਸਹੀ ਤਰੀਕੇ ਨਾਲ ਤਫਤੀਸ਼ ਹੋਵੇ ਤੇ ਦਰਬਾਰ ਸਾਹਿਬ ਦੀ ਘਟਨਾ ਵਾਪਰੀ ਉਹ ਵੀ ਸ਼ਾਇਦ ਜੋ ਛੜਲ ਸੂਟ ਲੱਗਦੀ ਹੈ ਉਸੇ ਤਰ੍ਹਾਂ ਦੀ ਲੱਗਦੀ ਹੈ ਜੀ, ਤੇ ਇਹਦਾ ਕੋਈ ਕਲਿਓ ਅਗਲਾ ਕੋਈ ਮਿਲ ਜਾਵੇ ਚੰਗੀ ਗੱਲ ਆ ਜੀ। ਲੇਕਿਨ ਉਹ ਰਕੇਸ਼ ਸਾਡੇ ਹੈਗੇ ਨੇ, ਮੇਰਾ ਨਾਮ ਭੁੱਲ ਗਿਆ ਪੂਰਾ, ਉਹਨਾਂ ਦਾ ਐਸਐਸਪੀ ਸਾਹਿਬ ਅੱਛੇ ਬੰਦੇ ਨੇ, ਇੰਟੈਲੀਜੈਂਟ ਨੇ। ਭੱਟੀ ਸਾਹਿਬ, ਇੱਕ ਕਰ ਰਹੇ ਨੇ ਸ੍ਰੀ ਤਰਨਤਾਰਨ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਜਾਂਦਿਆਂ ਰਸਤੇ ਦੇ ਵਿੱਚ ਇੱਕ, ਜਿਸ ਤੱਕ ਮੈਨੂੰ ਯਾਦ ਆਉਂਦਾ ਹੈ ਕਿ ਇਹ ਸੰਘਿਆਂ ਦੇ ਆਸ-ਪਾਸ, ਅੱਧ ਵਾਲੀ ਖੂਹੀ ਤੋਂ ਆਸ-ਪਾਸ ਜਿਹੜਾ ਇੱਕ ਗੁਰਦੁਆਰਾ ਸਾਹਿਬ ਆਉਂਦਾ ਵਾ, ਉੱਥੇ ਇੱਕ ਹੋਰ ਬੰਦੇ ਨੂੰ ਉਹਦੀ ਵੀਡੀਓ ਵੀ ਆਈ ਆ, ਉੱਥੇ ਉਹਨੂੰ ਨਿਹੰਗ ਸਿੰਘ ਨੇ ਆਪਣੇ ਕੋਲ ਪਨਾਹ ਦਿੱਤੀ ਆ, ਠੀਕ ਹੈ। ਉਹ ਪੁੱਛਦਾ ਆ ਕਿ ਤੇਰੀ ਕੋਈ ਆਇਡੈਂਟੀ, ਵੀਡੀਓ ਬਣਾਉਣ ਵਾਲਾ, ਤੇਰੇ ਕੋਲ ਆਇਡੈਂਟੀ ਹੈਗੀ ਆ? ਕਹਿੰਦਾ ਆਇਡੈਂਟੀ ਮੈਨੂੰ ਰੇਲਵੇ ਤੋਂ ਮਿਲਣੀ ਆ। ਰੇਲਵੇ ਤੋਂ ਕਿੱਥੋਂ ਮਿਲਣੀ? ਰੇਲਵੇ ਸਟੇਸ਼ਨ ਤੋਂ। ਕਹਿੰਦਾ ਮੈਂ ਕਿੱਥੋਂ ਆਇਆ? ਕਹਿੰਦਾ ਬੰਬਈ ਤੋਂ ਆਇਆ। ਵੇਖੋ ਹੁਣ ਉਹ ਵੀ ਤਾਂ ਗੱਲ ਹੈਗੀ ਆ ਨਾ, ਉਹ ਗੱਲ ਨੂੰ ਕਿੰਨਾ ਮਤਲਬ ਸਤਿਕਾਰ ਕਰਨਾ ਚਾਹੀਦਾ ਕਿ ਨਿਹੰਗ ਸਿੰਘ ਨੇ ਆਪਣਾ ਫਰਜ਼ ਨਿਭਾਇਆ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਕਿ ਇਹ, ਕੱਲ ਵੀਰ ਨੇ ਗੱਲ ਕਹੀ ਸੀ ਨਾ, ਆਪਾਂ ਨੂੰ ਤਪ ਚੜਿਆ ਸੀਗਾ ਕਿ ਇਹ ਫੌਜੀ ਭਰਤੀ ਕੀਤੇ ਜਾਂਦੇ ਆ ਤੇ ਮੁੜ ਕੇ ਵਾਪਸ ਆਉਂਦੇ ਆ, ਤੇ ਕਿੰਨਾ ਧੱਪ ਚੜਿਆ ਸੀਗਾ, ਮਾੜਾ ਲੱਗਾ ਸੀ, ਦੁੱਖ ਲੱਗਾ ਸੀਗਾ ਹਨਾ, ਕਿ ਸਾਰੇ ਨਹੀਂ ਉਹ ਕੁਰਬਾਨ ਹੁੰਦੇ ਨੇ, ਸ਼ਹੀਦ ਹੁੰਦੇ, ਤਿਰੰਗੇ 'ਚ ਲਪੇਟ ਕੇ ਆਉਂਦੇ ਨੇ, ਆਨ ਤੇ ਸ਼ਾਨ ਹੁੰਦੇ ਨੇ ਦੇਸ਼ ਦੀ, ਉਹ ਡਿਸਿਪਲਿਨ 'ਚ ਹੁੰਦੇ। ਉਹ ਅਸੀਂ ਪਾਗਲ ਆ, ਉਹ ਨਹੀਂ ਪਾਗਲ, ਉਹ ਡਿਸਿਪਲਿਨ 'ਚ ਹੁੰਦੇ ਆ, ਉਹ ਹਰ ਕਾਇਦੇ ਕਾਨੂੰਨ ਨੂੰ ਮੰਨਦੇ, ਉਹ ਕਾਇਦੇ ਕਾਨੂੰਨ 'ਚ ਬੱਧੇ ਹੁੰਦੇ ਆ। ਅਸੀਂ ਅਵਾਰਾ ਡੰਗਰਾਂ ਵਾਂਗੂ ਜਿੱਥੇ ਮਰਜ਼ੀ ਮੂੰਹ ਮਾਰਦੇ ਆ, ਅਸੀਂ ਉਹਨਾਂ ਦੇ ਬਰਾਬਰ ਨਹੀਂ ਖੜ ਸਕਦੇ। ਐਕਸ ਸਰਵਿਸਮੈਨ ਦੇ ਬਰਾਬਰ ਆਮ ਬੰਦਾ ਨਹੀਂ ਖੜ ਸਕਦਾ। ਆਮ ਬੰਦਾ ਜਿਹੜਾ ਜਿੱਥੇ ਮਰਜ਼ੀ, ਜਿਹੜਾ ਮਰਜ਼ੀ ਰੂਲ ਭੰਗ ਕਰਦਾ, ਉਹ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਕੇ ਤੇ ਆਪਣੇ ਦੇਸ਼ ਦੀ ਰੱਖਿਆ ਕਰਦੇ ਨੇ ਵੀ ਆਹ ਭੰਗ ਨਹੀਂ ਕਰਨਾ, ਰੂਲ ਆ, ਠੀਕ ਹੈ ਨਾ। ਅਸੀਂ ਉਹਨਾਂ ਨੂੰ ਪਾਗਲ ਬਣਾ ਦਿੰਦੇ ਆ ਵੀ ਉਹਨਾਂ ਦੇ ਆਉਣ ਲੱਗਿਆ ਬੰਦੂਕ ਖੋਹ ਲੈਂਦੇ ਤੇ ਉਹ ਵੀ ਖੋਹ ਲੈਂਦੇ। ਇਹ ਸਾਡੀ ਮਾਨਸਿਕਤਾ, ਅਸੀਂ ਪਾਗਲ ਆ, ਉਹ ਨਹੀਂ ਪਾਗਲ। ਚਲੋ 2 ਮਿੰਟ ਓਵਰ ਟਾਈਮ। ਗੱਲ ਇਹ ਆ ਕਿ ਆਪਾਂ ਗੱਲ ਕੀਤੀ ਸੀ ਕੱਲ, ਉਸ ਨਿਹੰਗ ਸਿੰਘ ਨੇ ਉਹਨੂੰ ਕੋਲ ਰੱਖਿਆ, ਠੀਕ ਹੈ। ਉਹਦਾ ਆਇਡੈਂਟੀਫਿਕੇਸ਼ਨ ਕਹਿੰਦਾ ਮੈਂ ਬੰਬਈ ਤੋਂ, ਬੰਬਈ ਦਾ ਏਰੀਆ ਦੱਸਦਾ, ਕਹਿੰਦਾ ਵੀ ਜੇ ਇਹਨੂੰ ਮੈਂ ਇੱਦਾਂ ਛੱਡਤਾ ਤੇ ਜੋ ਹਾਲਾਤ ਚੱਲਦੇ ਪਏ ਆ, ਇਹਨੂੰ ਕਿਸੇ ਨੇ ਗੱਡੀ ਚਾੜ ਦੇਣਾ ਜਾਂ ਕਿਸੇ ਨੇ, ਪਤਾ ਹੀ ਆ ਲੋਕਾਂ ਨੇ ਜੋ ਕੁਝ ਕਰਨਾ। ਪਰ ਉਹਦੀ ਤੁਸੀਂ ਸ਼ਬਦਾਵਲੀ ਵੇਖੋ ਕਿ ਮੈਨੂੰ ਕਿਸੇ ਨੇ ਰੱਖਿਆ, ਮੇਰੇ ਕੋਲ ਪਾਥੀਆਂ ਪਥਾਈਆਂ ਗਈਆਂ, ਮੈਂ ਬੰਬੇ ਤੋਂ ਆਇਆ, ਦਿਸ ਐਂਡ ਦੈਟ, ਹਨਾ। ਹੁਣ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹੇ ਬੰਦੇ ਕੋਲੋਂ, ਮਤਲਬ ਜੇ ਕੋਈ ਗਲਤੀ ਹੋ ਜਾਂਦੀ ਜਾਂ ਗਲਤੀ ਕਰਦਾ ਫੜਿਆ ਜਾਂਦਾ ਤੇ ਫੇਰ, ਹੁਣ ਕਿਸੇ ਨੇ ਕਹਿ ਦਿੱਤਾ ਕਿ ਮੁਸਲਮਾਨ ਆ ਜਾਂ ਕਿਸੇ ਨੇ ਕਹਿ ਦਿੱਤਾ ਕਿ ਹਿੰਦੂ ਆ, ਯਾਰ ਉਹਦੀ ਇਨਕੁਆਇਰੀ ਤੇ ਕਰ ਲਓ। ਹੋ ਸਕਦਾ ਤੁਹਾਡੇ ਵਿੱਚੋਂ ਹੀ ਕਿਤੇ ਵਿਗੜਿਆ ਹੋਇਆ ਜਿਹੜਾ ਵਾ ਗਲਤ ਕੰਮ ਕਰਨ ਵਾਲਾ, ਗੁਰੂ ਦੀ ਗੋਲਕ ਚੋਰੀ ਕਰਨ ਗਿਆ ਹੋਵੇ ਉੱਥੇ। ਬਿਲਕੁਲ ਜੀ, ਬਿਲਕੁਲ। ਇਹ ਤਾਂ ਗੱਲ ਪ੍ਰਚਾਰ ਦੇਵਾਂਗੇ ਅਸੀਂ, ਤੇ ਮੁੜ ਕੇ ਜਵਾਬ ਕੌਣ ਦਊਗਾ? ਸਾਡੇ ਵਿੱਚੋਂ ਗੁਰੂ ਘਰ ਦੇ ਬੜੇ ਬੀਬੇ ਦਾੜੇ ਪ੍ਰਕਾਸ਼ ਕਰਕੇ ਸਟੇਜਾਂ ਤੇ ਵੱਡੇ ਵੱਡੇ ਸਰੋਪਾ ਉਹ ਦੇਣ ਵਾਲੇ ਗੁਰੂ ਦੇ ਗੋਲਕ ਚੋਰ ਸਭ ਤੋਂ ਵੱਡੇ ਤੇ ਗੁਨਾਹਗਾਰ ਅਸੀਂ ਆ। ਜੀ। ਸਭ ਤੋਂ ਵੱਡੀ ਤੇ ਅਸੀਂ ਬੇਅਦਬੀ ਆਪ ਕਰਦੇ ਆ, ਉਹਦੀ ਹਜ਼ੂਰੀ 'ਚ ਬਹਿ ਕੇ ਝੂਠ ਬੋਲਦੇ ਆ, ਇਤਿਹਾਸ ਝੂਠਾ ਦੱਸਦੇ ਆ, ਹੱਥ 'ਚ ਅਸੀਂ ਸ੍ਰੀ ਸਾਹਿਬ ਪੜ੍ਹੀ ਹੁੰਦੀ ਆ, ਸਿਰਫ ਇਹ ਪਹਿਰਾਵਾ ਵਾ, ਤੇ ਜਿਹਦੇ ਬਾਰੇ ਕਲਗੀਆਂ ਵਾਲਾ ਬਾਪੂ ਕਹਿ ਗਿਆ ਸੀ, ਕਰਿਆ ਤੇ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਮੇਰੇ ਨਾਲ ਕੱਲ ਇੱਕ ਹੋਰ ਦੇਖਦੇ ਆ। ਪਲੀਜ਼ ਆਪਣੀ ਸੁਰ ਨੂੰ ਮੱਧਮ ਰੱਖਿਆ ਕਰੋ, ਜਿੱਦਾਂ ਦੀ ਗੱਲ ਕਰੋਗੇ ਸਾਨੂੰ ਕਰਨੀ ਆਉਂਦੀ ਆ, ਕਿਉਂਕਿ ਅਸੀਂ ਸਾਰਾ ਕੋਈ, ਮੈਂ ਕੋਈ ਇਕੱਲਾ ਕੋਈ ਝੱਖ ਨਹੀਂ ਮਾਰਦਾ ਕੋਈ, ਇੱਥੇ ਮੈਂ ਇਹ ਨਹੀਂ ਹੈਗਾ ਕਿ ਆ ਕੇ ਟੇਪ ਲਾਤੀ, 2 ਗਾਣੇ ਲਾਤੇ, ਰੇਡੀਓ ਕਰਤੇ। ਸਾਡੀ ਸਾਰੀ ਟੀਮ ਸਿਰ ਤੋਂ ਜੋ ਮਿਹਨਤ ਕਰਦੀ ਆ। ਦੁੱਖ ਲੱਗਦਾ ਫਿਰ ਜੇ ਤੁਸੀਂ ਗਲਤ ਬੋਲਦੇ ਹੋ। ਟੋਕਣਾ ਮੇਰਾ ਫਰਜ਼ ਆ, ਮੈਂ ਇਹਨੂੰ ਬੈਲੈਂਸ ਰੱਖਣਾ ਪ੍ਰੋਗਰਾਮ ਨੂੰ। ਤੁਸੀਂ ਮੇਰੇ ਬਿੱਲ ਨਹੀਂ ਤਾਰਨ ਆਉਣੇ,
ਜਾਂ ਵਕੀਲ ਦੀਆਂ ਚਿੱਠੀਆਂ ਦੇ ਪੈਸੇ ਨਹੀਂ ਦੇਣ ਆਉਣੇ ਤੁਸੀਂ ਇੱਕ ਕਮਿਊਨਿਟੀ ਨੂੰ ਬਦਨਾਮ ਕਰ ਰਹੇ ਹੋ। ਜਵਾਬ ਦੇ ਮੈਂ ਆ, ਤੁਸੀਂ ਨਹੀਂ ਆ। ਹੁਣ ਗੱਲ ਕਰੋ ਜਿਹੜੀ ਕਰਨੀ, ਕਿਸੇ ਨੇ ਵੀ ਕਰਨੀ ਆ ਕੇ ਸਿੰਘ ਫਸਾਲੋ, ਨੋ ਪ੍ਰੋਬਲਮ। ਇਦਾਂ ਦੀਆਂ ਗੱਲਾਂ ਕਰਕੇ TRP ਵਧਾਉਣ ਨੂੰ ਬੜਾ ਸੌਖਾ ਲੱਗਦਾ ਆ। ਸਿਰਫ ਸੁਰਖੀਆਂ ਜੇ ਪਾਉਣੀਆਂ ਇੱਕ ਦੋ। ਬੋਲਾ ਮੈਂ ਹੁਣ? ਬੋਲੋ ਜੋ ਬੋਲਣਾ ਬੋਲੋ। ਪਹਿਲਾਂ ਤੁਸੀਂ ਦੱਸੋ, ਜਿੰਨੇ ਲਫ਼ੇ ਤੁਸੀਂ ਕਹੇ ਨੇ ਮੈਂ ਬਿੱਲ ਦੇਵਾਂਗਾ, ਤੁਹਾਡੇ ਆਵਾਂਗਾ। ਕੀ ਮੈਂ ਤੁਹਾਡੇ ਬਿੱਲ ਕਰਾਉਣ ਦੇਣਾ ਵਾ? ਕੀ ਗਲਤ ਕੀਤਾ ਤੁਹਾਡੇ ਕੰਮ ਦਾ? ਤੁਸੀਂ ਇੱਕ ਕਮਿਊਨਿਟੀ ਦਾ ਨਾਂ ਲਿਆ ਵਾ, ਸੋਸ਼ਲ ਨੈਟਵਰਕ ਕਮਿਊਨਿਟੀ ਦਾ, ਤੇ ਜੇ ਫਿਰ ਤੁਹਾਨੂੰ ਬਿਲਕੁਲ ਠੀਕ ਮਿਲ ਗਿਆ ਦੈਨ ਨਹੀਂ। ਤੁਸੀਂ ਇੱਕ ਕਮਿਊਨਿਟੀ ਦਾ ਨਾਂ ਲਿਆ ਮੇਰੇ ਤੇ ਮੈਂ ਬੈਲੈਂਸ ਰੱਖਿਆ ਵਾ। ਬੈਲੈਂਸ ਕਰਨਾ ਹੁੰਦਾ, ਯੂ ਨੋ ਦੈਟ। ਮੇਰੀ ਗੱਲ ਸੁਣੋ, ਅੰਗਰੇਜ਼ੀ ਮੈਂ ਬੋਲਣੀ ਨਹੀਂ। ਮੈਂ ਤੁਹਾਨੂੰ ਦੱਸਦਾ, ਇੱਕ ਤਾਂ ਤੁਸੀਂ ਜਦੋਂ ਆਪ ਬੋਲਦੇ ਪਲੀਜ਼। ਮੈਂ ਜੋ ਮਰਜ਼ੀ ਬੋਲਾਂ, ਮੈਂ ਬੋਲੂੰਗਾ, ਮੈਂ ਜਵਾਬ ਦੇ ਆ। ਨਹੀਂ ਤੁਸੀਂ ਬੋਲੋ ਬੇਸ਼ੱਕ, ਮੈਂ ਬੋਲੂੰਗਾ, ਮੈਂ ਜਵਾਬ ਦੇ ਆ। ਰੱਖੋ, ਉਹਦਾ ਜਵਾਬ ਸੁਣੋ। ਮੈਂ ਬੋਲੂੰਗਾ, ਮੈਂ ਜਵਾਬ ਦੇ ਆ। ਮੈਂ ਤੁਹਾਡੇ ਘਰੇ ਆ ਕੇ ਨਹੀਂ ਕਹਿਣਾ ਕਿ ਤੁਸੀਂ ਮੇਰੇ ਬਿੱਲ ਪੇ ਕਰੋ, ਤੁਹਾਡੇ ਕਰਕੇ ਮੈਨੂੰ ਚਿੱਠੀ ਮਿਲੀ ਆ। ਠੀਕ ਹੈ, ਮੈਂ ਤੁਹਾਡੇ ਘਰ ਨਹੀਂ ਆਉਣਾ ਉਦੋਂ। ਤੁਸੀਂ ਕਹਿਣਾ ਘਰ, ਤੁਸੀਂ ਮੈਂ ਤੁਹਾਡੇ ਘਰ ਕੀ ਲੈਣ ਆਉਣਾ? ਤੁਸੀਂ ਮੇਰੇ ਤੁਸੀਂ ਮੈਨੂੰ ਤੁਸੀਂ ਫੋਨ ਕੀਤਾ ਨਾ, ਮੈਂ ਤਾਂ ਤੁਹਾਨੂੰ ਫੋਨ ਕੀਤਾ। ਤੁਸੀਂ ਕਹਿੰਦੇ ਨਹੀਂ ਰੋਜ਼? ਨਹੀਂ, ਤੁਸੀਂ ਮੈਨੂੰ ਫੋਨ ਕੀਤਾ ਨਾ। ਮੈਂ ਕੋਪਾਟੀ ਸਾਹਿਬ ਇਹ ਥੋੜਾ ਤੁਸੀਂ ਕਹਿੰਦੇ ਤਾਂ ਕੀਤਾ। ਨਹੀਂ, ਮੈਂ ਤਾਂ ਕਹਿਣਾ ਜੇ ਕਿਸੇ ਨੇ ਸਵਾਲ ਕਰਨਾ, ਮੈਂ ਪਹਿਲਾਂ ਹੀ ਕਿਹਾ ਸੀ 8 ਕੁਝ ਮਿੰਟ ਤੇ ਅੱਜ ਟੌਪਿਕ ਦੇ ਵਿੱਚ ਜਿਹੜਾ ਬੰਦਾ ਕਾਲ ਕਰੂਗਾ, ਜੇ ਉਹਨੇ ਲਾਈਨ ਕ੍ਰਾਸ ਕੀਤੀ, ਮਿਸਟਰ ਵਿਰਕ ਸਾਹਿਬ, ਸ਼ੋ ਵਿਲ ਬੀ ਰਿਪੀਟ ਟੁਮਾਰੋ। ਹੁਣ ਵੀ ਤੁਹਾਡਾ ਸ਼ੋ ਜਿਹੜਾ ਰਿਕਾਰਡ ਔਨ ਲਾਈਵ ਰਿਕਾਰਡ ਹੋਣਾ ਤੇ ਰਿਪੀਟ ਹੋਣਾ। ਲਿਸਨ ਮੀ 4 ਆਵਰ ਪ੍ਰੋਪਰਲੀ। ਮੈਂ ਕਿਹਾ ਸੀ ਜੇ ਕਿਸੇ ਨੇ ਲਾਈਨ ਕ੍ਰਾਸ ਕਰਨ ਦੀ ਕੋਸ਼ਿਸ਼, ਲਿਸਨ ਟੂ ਮੀ ਫਸਟ ਪਲੀਜ਼, ਲਿਸਨ ਟੂ ਮੀ, ਓਕੇ, ਲਿਸਨ ਟੂ ਮੀ। ਤੁਹਾਡੀ ਆਵਾਜ਼ ਨਹੀਂ ਜਾ ਰਹੀ। ਲਿਸਨ ਟੂ ਮੀ, ਇਫ ਯੂ ਵਾਂਟ ਲਿਸਨ ਟੂ ਮੀ, ਲਿਸਨ ਟੂ ਮੀ। ਨਾ ਦੱਸੋ। ਹਾਂ, ਮੈਂ ਪਹਿਲਾਂ ਬੇਨਤੀ ਕੀਤੀ ਸੀ ਹੱਥ ਜੋੜ ਕੇ, ਦੋਨੋਂ ਹੱਥ ਜੋੜ ਕੇ ਸ਼ੋ ਰਿਪੀਟ ਹੋਣਾ। ਕੋਈ ਕਿਸੇ ਧਰਮ ਬਾਰੇ, ਕਿਸੇ ਮਜ਼ਹਬ ਬਾਰੇ ਔਨ 에ਅਰ ਆ ਕੇ ਕੋਈ ਇਹੋ ਜੀ ਗੱਲ ਨਾ ਕਰਿਓ। ਮੈਂ ਲਾਈਨ ਕੱਟੂੰਗਾ ਤੇ ਟੋਕੂੰਗਾ। ਜੇ ਨਹੀਂ ਤੇ ਸ਼ੋਅ ਨੇ ਰਿਪੀਟ ਹੋਣਾ ਆ। ਹੁਣ ਦੁਬਾਰਾ ਮੈਂ ਜੇ ਗਲਤ ਕਰਾਂਗਾ, ਦੇਖੋ ਕੱਲ ਤੁਸੀਂ ਇੱਕ ਕਮਿਊਨਿਟੀ ਦਾ ਨਾਂ ਲਿਆ ਜੀ, ਤੁਸੀਂ ਇੱਕ ਮਜ਼ਹਬ ਦਾ ਨਾਂ ਲਿਆ। ਠੀਕ ਹੈ, ਮੈਂ ਨਹੀਂ ਲਾਉ ਕਰੂੰਗਾ ਸੋਸ਼ਲ ਨੈਟਵਰਕ ਕਮਿਊਨਿਟੀ ਤੇ। ਮੈਂ ਨਹੀਂ ਲਾਉ ਕਰੂੰਗਾ। ਹਾਂਜੀ, ਮੈਂ ਨਹੀਂ ਲਾਉ ਕਰੂੰਗਾ ਕਿਸੇ ਮਜ਼ਹਬ ਦਾ ਨਾਂ ਲੈਣਾ। ਹਿੰਦੂ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਮੇਰੇ ਸਾਰੇ ਬਰਾਬਰ ਆ। ਜੇ ਮੈਂ ਕਦੋਂ ਕਹਿਣਾ ਲਵੋ? ਤੁਸੀਂ ਕਿਹਾ ਵਾ, ਉਹਨੇ ਫੜਿਆ ਗਿਆ, ਉਹਨੇ ਲੈ ਦਿੱਤਾ, ਕਿਸੇ ਨੇ ਆ ਕੇ ਕੰਨ 'ਚ ਸਪੀਕਰ ਤੇ ਕਹਿ ਦਿੱਤਾ। ਸੋ ਜਵਾਬ ਦੇ ਕੌਣ ਆ? ਮੈਂ ਕਹਿੰਦਾ ਸਵੇਰੇ ਤੁਹਾਡੀ ਟ੍ਰਿਬਿਊਨ ਇੰਗਲਿਸ਼ ਤੇ ਦਿਖਾ ਦਿਓ। I don't care Tribune English. I don't care anybody else. I don't care. Okay, ਮੈਨੂੰ ਮੇਰੇ ਸਵਾਲ ਦੇ। You and be. Oh, you go whatever you want. Okay. ਮੇਰੇ ਵੱਲੋਂ ਜਿਹੜੀ ਮਰਜ਼ੀ ਹੋਵੇ, ਟ੍ਰਿਬਿਊਨ ਹੋਵੇ, ABC whatever ਹੋਵੇ, ਮੈਂ ਆਪਣੇ ਇਦਾਰੇ ਦਾ ਆਪ ਜ਼ਿੰਮੇਵਾਰ ਹਾਂ। ਮੈਂ ਜਵਾਬ ਦੇ, not you. Not you. Okay? Me. Myself. ਮੈਂ ਜਵਾਬ ਦੇ, ਤੁਸੀਂ ਜਵਾਬ ਦੇ ਨਹੀਂ ਹੋ। ਜਦੋਂ ਫਰਲਾ ਆਉਣਾ, ਮੈਨੂੰ ਆਉਣਾ, ਤੁਹਾਨੂੰ ਨਹੀਂ ਆਉਣਾ। ਕਿੱਥੇ ਰਹਿੰਦੇ ਹੋ, ਕੀ ਤੁਹਾਡਾ ਫੋਨ ਨੰਬਰ ਆ, ਉਹ ਮੈਨੂੰ ਲੱਭਣਾ ਪੈਣਾ ਪਹਿਲਾਂ। ਜੇ ਤੁਹਾਨੂੰ ਇੰਨੀ ਹੈਗੀ ਤਾਂ ਥੋੜਾ ਸੋਚ ਸਮਝ ਕੇ ਗੱਲ ਕਰਿਆ ਕਰੋ। ਗੱਲ ਹੋ ਗਈ ਟੋਕ ਲਈ। ਜੇ ਸੁਰ ਚ ਬੋਲੋਗੇ, ਸੁਰ ਚ ਬੋਲਣਾ ਆਉਂਦਾ ਮੈਨੂੰ। ਹਾਂਜੀ ਪੱਟੀ ਸਾਹਿਬ, ਵਾਈਂਡ ਅਪ ਕਰਦੇ ਹਾਂ ਆਪਾਂ ਜੀ। ਵਿਰਕ ਸਾਹਿਬ ਵੀ ਰਿਸਪੈਕਟ, ਸਾਡੇ ਮਰਿਆਦਾਵਾਂ ਨੇ। ਪ੍ਰੋਗਰਾਮ ਇੱਕ YouTube ਦਾ ਪ੍ਰੋਗਰਾਮ ਨਹੀਂ ਹੈਗਾ। ਇਹ ਇੱਕ ਸੋਸ਼ਲ ਨੈਟਵਰਕ ਮੀਡੀਆ ਨਹੀਂ ਹੈਗਾ ਜੋ ਮਰਜੀ ਜੋ ਮੂੰਹ ਚੋਂ ਆਇਆ ਜੋ ਬੋਲ ਦਿੱਤਾ। ਵੀ ਨੀਡ ਪ੍ਰੂਫ ਟੂ ਸ਼ੋ ਅਪ ਆਵਰ ਸਟੂਡੀਓ। ਚਾਰ ਕੇਸ ਇਕੱਠੇ ਹੁੰਦੇ, ਤੁਹਾਨੂੰ ਮੈਂ ਦੱਸ ਦਿੰਦਾ ਫੋਰ ਯੂਰ ਕਾਈਂਡ ਇਨਫੋਰਮੇਸ਼ਨ। ਪਰਸਨਲ, ਰੇਡੀਓ, ਘਰ ਦੇ ਉੱਤੇ ਤੇ ਸਟੇਸ਼ਨ ਦੇ ਉੱਤੇ। ਤੇ ਜਿਹੜਾ ਬੋਲਣ ਵਾਲਾ ਉਹ, ਤੇ ਬੋਲਣ ਵਾਲੇ ਦਾ ਵੀ ਖਰਚਾ ਮੈਨੂੰ ਦੇਣਾ ਪੈਣਾ। ਐਂਡ ਪਾਰਟ ਆਫ ਮੇਰੇ ਨਾਲ ਪੱਟੀ ਸਾਹਿਬ ਨੇ, ਇਹਨੂੰ ਵੀ ਅਗਲਾ ਰੱਖ ਲੈਣਾ ਵੀ ਪੱਟੀ ਸਾਹਿਬ ਵੀ ਸੀਗੇ। ਇੱਥੇ ਐਫੀਡੇਵਿਟ ਲੈ ਕੇ ਵੀ ਮੇਰੇ ਕੋਲ ਆਏ ਸੀ ਵੀ ਬੋਲ ਦਿਓ। ਨਾ ਐਫੀਡੇਵਿਟ ਦਾ ਲੈਣ ਵਾਲੇ ਲੱਭੇ, ਨਾ ਦੇਣ ਵਾਲੇ ਲੱਭੇ ਮੁੜ ਕੇ। ਸੋ ਮਾਈਂਡ ਯੂਰ ਲੈਂਗੁਏਜ ਪਲੀਜ਼। ਕੂਲ ਰਹਿ ਕੇ ਗੱਲ ਕਰਿਆ ਕਰੋ। ਇੱਕ ਤਾਂ ਜਿਹੜੀ ਗੱਲ ਕਰ ਲਈ ਹੁੰਦੀ ਹੈ, ਤੁਸੀਂ ਆ ਕੇ ਯੂ ਆਰ ਵੇਸਟ ਆਫ ਆਵਰ ਟਾਈਮ। ਦੈਟਸ ਇਟ। ਤੁਹਾਡੇ ਕੋਲ ਕੋਈ ਨੌਲੇਜ ਹੋ ਸਕਦੀ ਹੈ, ਚੰਗੀ ਹੋਗੀ। ਤੁਸੀਂ ਆ ਕੇ ਰਿਪੀਟ ਕੁਐਸਚਨ ਕਰਨੇ ਹੁੰਦੇ ਆ। ਵਿਦ ਡਿਊ ਰਿਸਪੈਕਟ, ਨਹੀਂ ਚੰਗਾ ਲੱਗਦਾ ਨਾ ਸੁਣਿਆ ਕਰੋ। ਪੱਟੀ ਸਾਹਿਬ ਲੈਨੇ ਆ ਗਿਆ, ਬੋਲਾ ਚੁੱਕਾਂ ਦੀ ਮਾਫੀ ਤੇ ਦਿਓ ਛੁੱਟੀਆਂ। ਫਿਰ ਸਾਰੀਆਂ ਲਾਈਨਾਂ ਦੇ ਮਿਖਾ ਫਲੈਸ਼ ਹੋ ਰਹੀਆਂ, ਆਪਾਂ ਕਾਲ ਨਹੀਂ ਲਵਾਂਗੇ ਤੇ ਆਗਿਆ ਲੈਨੇ ਆ। ਠੀਕ ਹੈ ਜੀ। ਖਾਸ ਖਬਰ ਰਹਿ ਗਈ ਹੋਵੇ ਪੱਟੀ ਸਾਹਿਬ, ਇੱਕ ਅੱਧੇ ਮਿੰਟ ਚ ਕੋਈ ਵਾਈਂਡ ਅਪ ਕਰਨੀ ਹੋਵੇ।
ਉਹ ਸਿਰਫ ਇੱਕੋ ਗੱਲ ਕਰਨੀ ਚਾਹੁੰਦਾ ਵੀ ਤੁਹਾਨੂੰ ਪਤਾ ਕਿ ਆਪਣੀ ਕਿਸੇ ਖਾਨੜ ਦੇ ਵਿੱਚ ਇੰਟਰਨੈਸ਼ਨਲ ਮੰਡੀ ਨਹੀਂ ਸੀ ਮਿਰਚਾਂ ਦੀ, ਹਾਂਜੀ ਤੇ ਲਾਗਲੇ ਪਿੰਡਾਂ ਦੇ ਜਿਹੜੇ ਕਿਸਾਨ ਪੂਰੇ ਖੁਸ਼ਹਾਲ ਹੁੰਦੇ ਸੀ, ਰੋਜ਼ ਮਿਰਚਾਂ ਟੁੱਟਦੀਆਂ ਸੀ, ਟੁੱਟ ਕੇ ਮਿਰਚਾਂ ਜਾਂਦੀਆਂ ਸੀ, ਵਿਕਦੀਆਂ ਸੀ, ਹਾਂ। ਕੈਸ਼ ਪੈਸੇ ਮਿਲ ਜਾਂਦੇ ਸੀ। ਹਾਂ ਹਾਂਜੀ ਹਾਂਜੀ। ਹੁਣ ਕੀ ਹੈ, ਅਬੋਹਰ ਖੇਤਰ ਦੇ ਵਿੱਚ 2006 ਦੇ ਵਿੱਚ ਇੱਕ ਆਜਮਗੜ੍ਹ ਦੀ ਜਿਹੜੀ ਫੈਕਟਰੀ ਲੱਗੀ ਹੈ ਜਿਹਨੂੰ ਜੂਸ ਕਿਹਾ ਜਾਂਦਾ ਸੀ, ਜੂਸ ਫੈਕਟਰੀ। ਲੇਕਿਨ ਉੱਥੇ ਕਿੰਨੂ ਦੀ ਕਾਫੀ ਫਸਲ ਹੁੰਦੀ ਹੈ, ਕਿੰਨੂ ਦੀ ਪੈਕਿੰਗ ਪ੍ਰੋਪਰ ਨਾ ਹੋਣ ਕਰਕੇ ਉਹ ਜਿਹੜੀ ਚਿੱਟਾ ਹਾਥੀ ਬਣ ਕੇ ਰਹਿ ਗਈ। ਬਾਅਦ ਦੇ ਵਿੱਚ ਉਹਦੇ ਚ ਕੁਝ ਹੋਰ ਕੰਮ ਥੋੜੇ ਵਾਲੇ ਹੁੰਦੇ, ਲੇਕਿਨ ਉਹ ਕੰਮ ਕਾਮਯਾਬ ਨਹੀਂ ਹੋਈ। 2019 ਦੇ ਵਿੱਚ ਪੰਜਾਬ ਐਗਰੋ ਨੇ ਉਹਦਾ ਕੰਟਰੋਲ ਸੰਭਾਲ ਲਿਆ ਤੇ ਕਿਸਾਨਾਂ ਨੂੰ ਕਹਿਤਾ ਭਾਈ ਮਿਰਚਾਂ ਬੀਜੋ, ਤੇ ਕਿਸਾਨਾਂ ਨੇ ਬਕਾਇਦਾ ਤੌਰ ਤੇ ਮਿਰਚਾਂ ਬੀਜੀਆਂ ਤੇ ਸਾਊਦੀ ਅਰਬ ਦੇ ਸ਼ੇਖ ਇਹਨੇ ਕਹਿੰਦਾ ਮਿਰਚਾਂ ਦੇ ਕਾਇਲ ਹੋਏ ਨੇ, ਉਹਨਾਂ ਨੇ ਇਹਨਾਂ ਨੂੰ 24 ਕੰਟੇਨਰ ਪਹਿਲਾ ਆਰਡਰ ਕੋ 24 ਕੰਟੇਨਰ ਦਿੱਤਾ, ਮਤਲਬ 480 ਟਨ ਦਾ ਆਰਡਰ ਮਿਲਿਆ ਇਹਨਾਂ ਨੂੰ, ਭੇਜਦੀ ਹੈ। ਹੁਣ ਦੂਜੇ ਆਰਡਰ ਦੇ ਵਿੱਚ 24 ਤੋਂ ਵੱਧ ਮਿਲ ਕੇ 60 ਕੰਟੇਨਰ ਆ ਗਏ ਨੇ। 60 ਕੰਟੇਨਰ ਦੇ ਵਿੱਚ ਵੀ 42 ਬਕਾਇਦਾ ਤੌਰ ਤੇ ਜਿਹੜੇ ਕੰਟੇਨਰ ਭੇਜ ਦਿੱਤੇ ਗਏ ਨੇ, ਉਹ ਮਿਰਚਾਂ ਦੇ ਬਕਾਇਦਾ ਤੌਰ ਤੇ ਉਹਨਾਂ ਦੀ ਚਟਨੀ ਬਣਾ ਕੇ ਬਕਾਇਦਾ ਤੌਰ ਤੇ ਪੈਕ ਕਰਕੇ ਭੇਜੋ। ਕਾਫੀ ਪਸੰਦ ਕਰਦੇ ਲਾਲ ਮਿਰਚਾਂ ਤੇ ਹਰੀਆਂ ਮਿਰਚਾਂ। ਹੁਣ ਇਹ ਫੈਕਟਰੀ ਚੱਲ ਪਈ ਹੈ ਜਿਹੜੀ ਆਪਾਂ ਅੱਗੇ ਗੱਲ ਕਰਦੇ ਸੀ ਕਿ ਜੇ ਕਿਸਾਨਾਂ ਨੂੰ ਤੁਸੀਂ ਫਸਲੀ ਵਿਭਿੰਨਤਾ ਚੋਂ ਕੱਢਣਾ, ਝੋਨੇ ਤੇ ਕਣਕ ਚੋਂ ਕੱਢਣਾ, ਤੇ ਇਹਨਾਂ ਨੂੰ ਐਗਰੋ ਬੇਸਡ ਇੰਡਸਟਰੀ ਦਿਓ। ਜਿਹੜਾ ਉੱਥੋਂ ਦਾ ਮਨਜੀਤ ਸਿੰਘ MD ਹੈ, ਉਹਨੇ ਇੰਨੀ ਗੱਲ ਕਹੀ ਜੀ ਵੇਖੋ ਅਸੀਂ ਕਿਸਾਨਾਂ ਦਾ ਹਮਦਰਦ ਆ, ਸਾਨੂੰ ਇਹਨਾਂ ਦਾ ਹਮਦਰਦੀ, ਅਸੀਂ ਚਾਹੁੰਦੇ ਕਿ ਇਹ ਤੇ ਨਿਕਲਣ ਇਹਦੇ ਵਿੱਚੋਂ। ਅੱਜ ਦੀ ਡੇਟ ਵਿੱਚ 25 ਤੋਂ ਲੈ ਕੇ 26 ਰੁਪਏ ਕਿਲੋ ਉਹਨਾਂ ਨੂੰ ਜਿਹੜੀ ਆ ਉਹ ਮਿਰਚ ਵਿੱਚ ਵਿਕਰੀ ਇੱਥੇ ਹਰੀ ਮਿਰਚ, ਤੇ ਲਓ ਜੀ ਲਿਆਓ ਮਿਰਚ ਦੇ ਪੈਸੇ ਲੈ ਜਾਓ। ਉਹ ਕਹਿੰਦੇ ਵੀ ਕਿਸਾਨ ਜੇ ਆਪਣੇ ਲੈਵਲ ਤੇ ਕੋਈ ਹੋਰ ਕੋਈ ਪ੍ਰੋਸੈਸਿੰਗ ਪਟਾ ਲਾਉਣੀ ਚਾਹੁੰਦੇ ਤੇ ਅਸੀਂ ਮਦਦ ਕਰਨ ਲਈ ਤਿਆਰ ਹਾਂ। ਜਿਹੜੀ ਕੱਲ ਤੁਸੀਂ ਗੱਲ ਕਰਦੇ ਸੀ ਨਾ, ਬਕਾਇਦਾ ਤੌਰ ਤੇ 5 ਲੱਖ ਤੱਕ ਤੁਹਾਨੂੰ ਕਰਜ਼ਾ ਫ੍ਰੀ ਮਿਲਣਾ ਸੀ ਵਿਦਆਊਟ ਇੰਟਰਸਟ, ਜਿਹੜਾ ਮੋਦੀ ਸਾਹਿਬ ਹੋਣਾ ਸੀ। ਇਸ ਕਰਕੇ ਇਹ ਜਿਹੜੀ ਮਿਰਚਾਂ ਨੇ ਇੱਕ ਵਾਰੀ ਫਿਰ ਰੰਗ ਵਿਖਾਇਆ ਵਾ। ਅੱਗੇ ਮਾਝੇ ਦੇ ਵਿੱਚ ਸੀਗਾ, ਹੁਣ ਮਾਲਵੇ ਚ ਆਉਣ ਵਾਲੇ ਸਮੇਂ ਚ ਉਮੀਦ ਆ ਵੀ ਜੇ ਮਿਰਚਾਂ ਦਾ ਕੰਮ ਚੱਲ ਪਿਆ ਤੇ ਕਾਫੀ ਹੱਦ ਤੱਕ ਜਿਹੜੇ ਕਿਸਾਨਾਂ ਨੂੰ ਰਾਹਤ ਮਿਲੇਗੀ। ਕੋਈ ਲੋਕ ਜਿਹੜੇ ਉੱਥੇ ਉਹ ਬਾਕੀ ਧੰਦੇ ਛੱਡ ਕੇ ਉਹ ਮਿਰਚਾਂ ਦੇ ਪਾਸੇ ਲੱਗ ਗਏ ਕਿ ਰੋਜ਼ ਦੀ ਰੋਜ਼ ਆਮਦਨ ਹੁੰਦੀ ਹੈ, ਜਾ ਕੇ ਵਿੱਚ ਪੈਸੇ ਲਾਏ ਜੀ। ਅਸੀਂ ਸੋਸ਼ਲ ਨੈਟਵਰਕ ਮੀਡੀਆ ਦੀਆਂ ਖਬਰਾਂ ਨੂੰ ਜਿੰਨਾ ਚਿਰ ਉਹਦਾ ਪੁਖਤਾ ਸਬੂਤ ਸਾਡੇ ਕੋਲ ਨਹੀਂ ਹੁੰਦਾ, ਅਸੀਂ ਕਿਸੇ ਵੀ ਸੱਜਣ ਨੂੰ ਆਪਣੇ ਡਿਊਰਿੰਗ 8 to 12 CRT ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਵਿਦ ਡਿਊ ਰਿਸਪੈਕਟ ਬੇਨਤੀ ਕਰਾਂਗੇ ਕਿਸੇ ਵੀ ਅਦਾਰੇ ਦਾ ਨਾਂ ਨਾ ਲਿਆ ਜਾਵੇ। ਅਸੀਂ ਕਈ ਵਾਰੀ ਕਹਿ ਚੁੱਕੇ ਹਾਂ, ਪਰ ਸਾਡੇ ਕੁਝ ਢੀਠ ਤਰ੍ਹਾਂ ਦੇ ਸਰੋਤੇ ਨੇ ਜਿਹੜੇ ਜਾਣ ਬੁੱਝ ਕੇ ਸਾਨੂੰ ਫਸਾਉਣਾ ਚਾਹੁੰਦੇ ਨੇ। ਅਸੀਂ ਸੁਚੇਤ ਹਾਂ, ਕਹਿੰਦੇ ਵਟਿਆ ਗੋਲ ਕਿਉਂ, ਕਹਿੰਦਾ ਠੋਕਰਾਂ ਖਾ ਖਾ ਕੇ ਹੋਇਆ। ਸਾਨੂੰ ਪਤਾ ਹੈ ਅਸੀਂ ਆਪਣੇ ਪ੍ਰੋਗਰਾਮ ਨੂੰ ਟੋਕਾਂਗੇ। ਮੈਂ ਪੈਸੇ ਦੇ ਕੇ ਪ੍ਰੋਗਰਾਮ ਕਰਦਾ, ਠੀਕ ਹੈ ਜੀ, ਤੇ ਮੈਨੂੰ ਪਤਾ ਕਿ ਹਾਊ ਟੂ ਰਨ, ਹਾਊ ਦਾ ਰੂਲ ਐਂਡ ਰੈਗੂਲੇਸ਼ਨ। ਮੈਂ ਟੋਕੂੰਗਾ। ਜੇ ਤੁਹਾਨੂੰ ਲੱਗਦਾ ਕਿ ਬੰਦਾ ਟੋਕਦਾ, ਪਲੀਜ਼ ਡੋਂਟ ਕਾਲ, ਠੀਕ ਹੈ, ਵਿਦ ਡਿਊ ਰਿਸਪੈਕਟ। ਸਵਾਲ ਕਰੋਗੇ, ਮੈਂ ਪਹਿਲਾਂ ਹੀ ਕਹਿਤਾ ਸੀ ਕਿ ਟੌਪਿਕ ਚੱਲਦੇ ਪਏ ਆ, ਕੋਈ ਇਹੋ ਜਿਹੀ ਗੱਲ ਨਾ ਕਰਿਓ, ਕਿਉਂਕਿ ਜਿਹਦੇ ਨਾਲ ਸਾਨੂੰ ਜਵਾਬਦੇਹ ਹੋਣਾ ਪਵੇ, ਸਾਨੂੰ ਜਵਾਬਦੇਹ ਹੋਣਾ ਪੈਂਦਾ। ਭੱਟੀ ਸਾਹਿਬ, ਅੰਡਰ CRT ਕੈਨੇਡੀਅਨ ਬ੍ਰੌਡਕਾਸਟ ਰੂਲ ਐਂਡ ਰੈਗੂਲੇਸ਼ਨ ਸਾਡੇ ਤੇ ਲਾਗੂ ਹੁੰਦੇ ਨੇ। ਅਸੀਂ YouTube ਨਹੀਂ ਕਰਦੇ ਪਏ, Facebook ਨਹੀਂ ਕਰਦੇ ਪਏ। ਅਗਲੇ ਬਿਆਨ ਕਰ ਦੇਣਗੇ ਜਾਓ ਘਰ ਬਹਿ ਜਾਓ। ਐਡਾ ਵੱਡਾ ਫਰਲਾ ਆਉਂਦਾ ਆ, ਤੇ ਉਸ ਫਰਲੇ ਦਾ $500 1 ਘੰਟੇ ਦਾ ਅੱਜ ਤੋਂ 10 ਸਾਲ ਪਹਿਲਾਂ ਲੈਂਦਾ ਸੀ, ਅੱਜ $1000 ਵੀ ਲੈ ਸਕਦਾ। ਉਹ ਉਦੋਂ ਚਾਹ ਦਾ ਕੱਪ ਇੱਕ 75 ਪੈਸੇ ਦਾ ਹੁੰਦਾ ਸੀ, ਅੱਜ $3.5 ਇੱਕ ਡੂੰਡ ਲੈਣਾ ਹੋਵੇ ਤੇ 5 ਲੱਗ ਜਾਂਦੇ ਆ, $5। ਦੁੱਧ $2 ਦਾ ਆਉਂਦਾ ਸੀ, ਅੱਜ $6 ਦਾ ਆਉਂਦਾ। ਇੱਥੇ ਦਾਲਾਂ 149 ਦੀਆਂ 4 ਪਾਉਂਡ ਸੀ, ਅੱਜ $7 ਦੀਆਂ 4 ਪਾਉਂਡ ਆ। ਮਹਿੰਗਾਈ ਤੇ ਵਕੀਲਾਂ ਦੇ ਵੀ ਖਰਚੇ ਵਧੇ ਆ। ਮੇਰਾ ਕਹਿਣ ਤੋਂ ਭਾਵ ਹੈ ਕਿ ਜਦੋਂ ਅਸੀਂ ਬੋਲਦੇ ਹਾਂ ਸਾਨੂੰ ਜਵਾਬ ਦੇਣਾ ਪੈਂਦਾ। ਸਾਡਾ ਰੀਨਿਊ ਐਵੇਂ ਨਹੀਂ ਹੁੰਦਾ। ਕੰਟਰੈਕਟ ਅਗਲੇ ਕਿਸੇ ਬੇਸ ਤੇ ਕਰਦੇ ਆ ਵੀ ਕੀ ਕੀਤਾ ਇਹਨਾਂ ਨੇ, ਵੀ ਸਾਡੇ ਪ੍ਰੋਗਰਾਮ ਨੂੰ ਡੈਮੇਜ ਨਹੀਂ ਕਰ ਰਿਹਾ। ਅਗਲਿਆਂ ਨੇ ਵੀ ਗਾਂ ਰੀਨਿਊ ਕਰਨਾ ਹੁੰਦਾ, ਉਹਨਾਂ ਨੂੰ ਵੀ ਕੈਨੇਡੀਅਨ ਬ੍ਰੌਡਕਾਸਟ ਦੇ ਕੋਲੋਂ ਹਰੀ ਝੰਡੀ ਮਿਲੂਗੀ ਤਾਂ ਹੀ ਆ। ਜਿੱਥੇ ਤੁਹਾਨੂੰ ਬੋਲਣ ਦੀ ਆਗਿਆ ਮਿਲਦੀ ਹੈ ਨਾ, ਉੱਥੇ ਕਾਲ ਕਰ ਲਿਆ ਕਰੋ। ਸਾਡੇ ਵਾਸਤੇ ਹਿੰਦੂ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਤੇ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜਾਤ ਦਾ ਬੰਦਾ ਹੋਵੇ, ਸਾਡੇ ਲਈ ਸਾਰੇ ਬਰਾਬਰ ਆ।
ਅੱਜ ਕਿਸੇ ਜਾਤ ਦਾ ਨਾਂ ਲਿਆ ਉਹਨਾਂ ਦੀ ਸੰਸਥਾ ਚਿੱਠੀ ਪਾਵੇ ਤੁਸੀਂ ਸਾਡੀ ਕੌਮ ਨੂੰ ਬਦਨਾਮ ਕਰਦੇ ਹੋ, ਤੁਸੀਂ ਲੱਭਣਾ ਸਾਨੂੰ, ਤੁਸੀਂ ਕਹਿਣਾ ਅਸੀਂ ਸੋਸ਼ਲ ਨੈਟਵਰਕ ਮੀਡੀਆ 'ਤੇ ਸੁਣਿਆ ਸੀ, ਲਿਆਓ ਪ੍ਰੂਫ ਦਿਓ, ਕੋਰਟ ਦੇ ਸਾਹਮਣੇ ਆਓਗੇ, ਨਹੀਂ ਆਉਣਾ। ਕਿਉਂ ਭੱਟੀ ਸਾਹਿਬ? ਜੀ 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 ਇਸ ਕਰਕੇ ਦੋਨੋਂ ਹੱਥ ਜੋੜ ਕੇ ਮਾਫੀ ਆ ਜੀ। ਜੇ ਕਿਸੇ ਨੂੰ ਗੁੱਸਾ ਲੱਗਦਾ ਤੇ ਪਲੀਜ਼ ਡੋਂਟ ਕਾਲ। ਅਸੀਂ ਤਾਂ ਟੋਕਾਂਗੇ, ਮੈਂ ਤਾਂ ਟੋਕੂੰਗਾ, ਮੈਂ ਤਾਂ ਕਹਿਣਾ ਨਾ ਮੈਂ ਟੋਕੂੰਗਾ। ਇਹ ਕੋਈ ਅਮਰੀਕਨ ਬੇਸਡ ਚੈਨਲ ਨਹੀਂ ਹੈਗਾ। ਭੁੱਲਾਂ ਚੁੱਕਾਂ ਦੀ ਮਾਫੀ। ਰੱਬ ਰਾਖਾ। ਹੈਵ ਅ ਗੁੱਡ ਨਾਈਟ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।